ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਅੰਤਰ ਧਿਆਨ ਹੋਤ ਕਿਹ ਕਾਲ, ਕਬਹੂ ਪ੍ਰਗਟ ਪਿਖਹਿ ਨਰ ਜਾਲ। ਸਿਰ ਤੇ ਨਗਨ ਰਹਿ ਕਬ ਬੈਸੇ, ਕਰਤ ਚੇਸ਼ਟਾ ਉਨਮਤ ਜੈਸੇ। ਅੰਤਰ ਧਿਆਨ ਹੋਤ ਕਿਹ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ। ਜਿੱਥੇ ਰੱਬੀ ਬਾਣੀ ਦਾ ਪ੍ਰਵਾਹ ਚਲਾਇਆ, ਬੌਲੀ ਸਾਹਿਬ ਦਾ ਤੀਰਥ ਰਚਿਆ ਹੈ। ਤੀਰਥਾਂ ਤੇ ਜਾ ਕਰਕੇ, ਜਿੱਥੇ ਤੀਰਥਾਂ 'ਚ ਚਰਨ ਪਾ ਕਰਕੇ ਪਵਿੱਤਰ ਕੀਤਾ, ਉੱਥੇ ਤੀਰਥਾਂ ਦੇ ਉੱਤੇ ਜੁੜੀਆਂ ਹੋਈਆਂ ਸੰਗਤਾਂ ਦੇ ਤਾਈਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਭਾਵਨਾ ਪ੍ਰਗਟ ਕਰਕੇ ਉਹਨਾਂ ਦੇ ਮਨਾਂ ਵਿੱਚ ਰੱਬੀ ਭਗਤੀ ਵਿੱਚ ਜੋੜਿਆ। ਤੋ ਪਰਉਪਕਾਰੀ ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਆਪ ਹੀ ਪਵਿੱਤਰ ਨਗਰੀ ਨੂੰ ਵਸਾਇਆ ਹੈ, ਆਪ ਹੀ ਭਾਗ ਲਾਏ ਨੇ। ਹੁਣ ਜੰਗਲਾਂ 'ਚ ਮੰਗਲ ਨੇ ਕਦੇ ਇਹ ਪਿਆ ਹੋਇਆ ਥੇ ਸੀ, ਤੇ ਜਿੱਥੇ ਪ੍ਰੇਤ ਹੀ ਵਸਦੇ ਸਨ, ਕੋਈ ਬੰਦਾ ਰਹਿ ਹੀ ਨਹੀਂ ਸਕਦਾ ਸੀ। ਉੱਥੇ ਪਰਮੇਸ਼ਰ ਰੂਪ ਸਤਿਗੁਰੂ ਜੀ ਨੇ ਭਾਗ ਲਾਏ ਨੇ, ਨਗਰੀ ਵਸਾਈ ਹੈ। ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ, ਦੀਵਾਨ ਸਜਦੇ ਹਨ। ਦੇਸ਼ਾਂ ਦੀਆਂ ਪ੍ਰਦੇਸ਼ਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਉਪਦੇਸ਼ ਲੈ ਕੇ ਨਿਹਾਲ ਹੋ ਰਹੀਆਂ ਨੇ। ਸਤਿਗੁਰੂ ਮਹਾਰਾਜ ਨੇ ਬੌਲੀ ਸਾਹਿਬ ਦਾ ਤੀਰਥ ਸੰਪੂਰਨ ਕਰਕੇ ਉਸ ਦਾ ਮਹਾਤਮ ਜਿਹੜਾ ਹੈ, ਉਸ ਦਾ ਹਜੂਰ ਜੀ ਨੇ ਬਿਆਨ ਕੀਤਾ ਕਿ ਭਾਈ ਜੋ ਵੀ ਪ੍ਰੇਮ ਦੇ ਸਹਿਤ ਇੱਥੇ 184 ਜਪਜੀ ਸਾਹਿਬ ਦਾ ਪਾਠ ਇੱਕ ਇੱਕ ਪੌੜੀ ਤੇ ਖੜੋ ਕੇ
84 ਇਸ਼ਨਾਨ ਕਰਕੇ ਲਗਾਤਾਰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੇਗਾ, ਉਹਦੀ 84 ਲੱਖ ਜੂਨ ਕੱਟੀ ਜਾਂਦੀ ਹੈ। ਜਿਸ ਭਾਵਨਾ ਨੂੰ ਰੱਖ ਕਰਕੇ ਕੋਈ ਪਾਠ ਕਰੂ, ਉਹਦੀਆਂ ਭਾਵਨਾ ਪੂਰੀਆਂ ਹੋਣਗੀਆਂ। ਇਉਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਅਤੇ ਇਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਦਾ ਕਵੀ ਜੀ ਸੋ ਜੋ ਬੰਸਾਵਲੀ ਹੈ, ਗੁਰੂ ਸਾਹਿਬ ਦਾ ਪਰਿਵਾਰ ਹੈ, ਉਹਦਾ ਜ਼ਿਕਰ ਕਰ ਰਹੇ ਨੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਇਸ ਪ੍ਰਕਾਰ ਸੋ 2 ਸੁਪੁੱਤਰ ਨੇ। ਸੋ ਵੱਡੇ ਨੇ ਮੋਹਣ ਜੀ, ਛੋਟੇ ਨੇ ਮੋਹਰੀ ਜੀ। ਮੋਹਰੀ ਜੀ ਜਿਹੜੇ ਹਨ ਸਤਿਗੁਰੂ ਪਾਤਸ਼ਾਹ ਦੀ ਆਗਿਆ ਵਿੱਚ ਰਜਾ ਵਿੱਚ ਨੇ ਅਤੇ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਤੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੋ ਇੱਕ ਜੋਗੀ ਆਣ ਕਰਕੇ ਬੇਨਤੀ ਕੀਤੀ ਸੀ। ਸਿੱਧ ਪੁਰਸ਼ ਸੀ, ਸ਼ਕਤੀਆਂ ਵਾਲਾ। ਕਹਿੰਦਾ ਮਹਾਰਾਜ ਰਿੱਧੀਆਂ ਸਿੱਧੀਆਂ ਸ਼ਕਤੀਆਂ, ਤਪ ਸਾਧਨਾ ਸਭ ਕੁਝ ਕਰਕੇ ਵੇਖ ਲਿਆ, ਮਨ ਦੀ ਸ਼ਾਂਤੀ ਟਿਕਾ ਨਹੀਂ ਮਿਲਿਆ। ਤੇ ਮਹਾਰਾਜ ਮੇਰੀ ਭਾਵਨਾ ਹੈ ਕਿ ਮੈਂ ਤੁਹਾਡੇ ਘਰ ਦੇ ਵਿੱਚ ਜਨਮ ਲੈ ਕਰਕੇ ਤਾਂ ਆਨੰਦ ਦੀ ਪ੍ਰਾਪਤੀ ਕਰਾਂ। ਸਤਿਗੁਰੂ ਪਾਤਸ਼ਾਹ ਨੇ ਕਿਹਾ ਤੇਰੀ ਭਾਵਨਾ ਪੂਰਨ ਹੋਵੇਗੀ। ਤਾਂ ਇਸ ਨੇ ਇਸ ਪ੍ਰਕਾਰ ਜਾ ਕਰਕੇ ਆਪਣੀ ਇੱਛਾ ਅਨੁਸਾਰ ਸਰੀਰ ਦਾ ਤਿਆਗ ਕੀਤਾ ਅਤੇ ਸਤਿਗੁਰੂ ਜੀ ਦੇ ਘਰ ਵਿੱਚ ਸੋ ਮੋਹਰੀ ਜੀ ਦੇ ਛੋਟੇ ਪੁੱਤਰ ਗੁਰੂ ਸਾਹਿਬ ਦੇ ਪੋਤਰੇ ਹੋ ਕਰਕੇ ਜਦੋਂ ਜਨਮ ਲਿਆ ਹੈ ਤੇ ਮਹਾਰਾਜ ਜੀ ਨੇ ਜਨਮ ਲੈਂਦਿਆਂ ਸਾਰ ਹੀ ਬਚਨ ਕੀਤਾ, ਬਾਲਕ ਨੂੰ ਸਾਡੇ ਕੋਲ ਲਿਆ। ਰੂਹ ਆਦਿ ਚ ਲਪੇਟ ਕੇ ਵਸਤਰਾਂ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੋ ਗੁਰੂ ਸਾਹਿਬ ਨੇ ਗੋਦੀ ਵਿੱਚ ਲੈ ਲਿਆ ਹੈ। ਉਸ ਵੇਲੇ ਫਿਰ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਤੇ ਦੱਸਿਆ ਕਿ ਭਾਈ ਇਹ ਮਹਾਨ ਤਪਸਵੀ ਹੈ ਔਰ ਇਹਦੇ ਮਨ ਵਿੱਚ ਸੀ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ। ਉਸ ਦਾ ਨਾਮ ਵੀ ਆਨੰਦ ਰੱਖਿਆ। ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਸਤਿਗੁਰਾਂ ਨੇ। ਭਾਈ ਬੱਲੂ ਜੀ ਨੂੰ ਕਿਹਾ ਕਿ ਕੋਠੇ ਤੇ ਚੜ੍ਹ ਕੇ ਸੋ ਢੋਲਕੀ ਵਜਾ ਕਰਕੇ ਇਸ ਬਾਣੀ ਨੂੰ ਗਾਇਨ ਕਰਕੇ ਲੋਕਾਂ ਨੂੰ ਸੁਣਾਓ, ਸਭ ਨੂੰ ਆਨੰਦ ਪ੍ਰਾਪਤ ਹੋਵੇਗਾ। ਤੋ ਇਹਨਾਂ ਦੇ ਮੋਹਰੀ ਜੀ ਦੇ ਵੱਡੇ ਪੁੱਤਰ ਅਰਥਮਲ ਜੀ ਸਨ, ਛੋਟੇ ਆਨੰਦ ਜੀ ਸਨ। ਅਤੇ ਹੁਣ ਦੱਸਦੇ ਨੇ ਮੋਹਣ ਜੀ ਦੇ ਬਾਰੇ। ਕਵੀ ਜੀ ਬਿਆਨ ਕਰ ਰਹੇ ਨੇ ਕਿ ਸਤਿਗੁਰੂ ਮਹਾਰਾਜ ਦੇ ਵੱਡੇ ਸਪੁੱਤਰ ਮੋਹਣ ਜੀ ਸਨ। ਗੁਰੂ ਸਾਹਿਬਾਂ ਨੇ ਇੱਕ ਵਾਰ ਬਚਨ ਕਰ ਦਿੱਤਾ ਕਿ ਆਓ ਮੋਹਨ ਮਸਤਾਨੇ। ਇਹ ਮਸਤ ਬਿਰਤੀ ਦੇ ਵਿੱਚ ਸੋ ਇਸ ਪ੍ਰਕਾਰ ਰਹਿੰਦੇ ਸਨ, ਸਮਾਧੀ ਵਿੱਚ ਇਸਤਤ ਰਹਿੰਦੇ, ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੋ ਸਮਾਧੀ ਵਿੱਚ ਟਿਕੇ ਰਿਹਾ ਕਰਦੇ ਤੇ ਇਸ ਤਰੀਕੇ ਦੇ ਨਾਲ ਸੋ ਆਤਮਿਕ ਆਨੰਦ ਵਿੱਚ ਸਨ। ਉੱਚ ਅਵਸਥਾ ਸੀ। ਸੰਸਾਰ ਵੱਲੋਂ ਇਸ ਪ੍ਰਕਾਰ ਬੈਰਾਗੀ ਹੋ ਕਰਕੇ ਇਹਨਾਂ ਨੇ ਇਸ ਪ੍ਰਕਾਰ ਆਪਣਾ ਜੀਵਨ ਜਿਹੜਾ ਹੈ ਉਹ ਗੁਜ਼ਾਰਿਆ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦਰਸਾਉਂਦੇ ਨੇ ਇਹਨਾਂ ਦੇ ਤਪ ਬਾਰੇ ਕਿ ਮੋਹਨ ਜੀ ਸੋ ਆਪਣੇ ਆਸਣ ਤੇ ਬੈਠੇ ਹੁੰਦੇ, ਦਰਵਾਜ਼ੇ ਬੰਦ ਹੁੰਦੇ। ਮੋਹਨ ਦਾ ਚੁਬਾਰਾ ਜਿੱਥੋਂ ਮਹਾਰਾਜ ਪੋਥੀਆਂ ਲਿਆਂਦੀਆਂ ਸੀ, ਚੁਬਾਰੇ ਵਿੱਚ ਬੈਠ ਕਰਕੇ ਸੋ ਆਪਣੇ ਦਰਵਾਜ਼ੇ ਬੰਦ ਕਰਕੇ ਤੇ ਸਮਾਧੀ ਵਿੱਚ ਇਸਤਤ ਰਿਹਾ ਕਰਦੇ। ਤੇ ਇੱਕ ਦਿਨ ਤੱਕਿਆ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਵੀ ਮੋਹਨ ਬਾਹਰ ਫਿਰ ਰਿਹਾ ਹੈ ਤੇ ਉਹਨੂੰ ਜਾ ਕਰਕੇ ਅੰਦਰ ਬਿਠਾਓ। ਤੋ ਜਿਸ ਵੇਲੇ ਗੁਰਸਿੱਖਾਂ ਨੇ ਜਾ ਕੇ ਤੱਕਿਆ ਤਾਂ ਕਿਧਰੇ ਲੱਭਾ ਨਹੀਂ। ਜਿਸ ਵੇਲੇ ਦੇਖਿਆ ਵੀ ਆਪਣੇ ਆਸਣ ਤੇ ਅੰਦਰੋਂ ਦਰਵਾਜ਼ਾ ਬੰਦ ਹੈ ਪਰ ਅੰਦਰ ਆਸਣ ਤੇ ਹੈ ਨਹੀਂ, ਇੱਛਾ ਅਨੁਸਾਰ ਵਿਚਰਦੇ ਹਨ। ਤਾਂ ਥੋੜੇ ਸਮੇਂ ਤੋਂ ਬਾਅਦ ਤੱਕਿਆ ਤੇ ਸਮਾਧੀ 'ਚ ਉੱਥੇ ਬੈਠੇ ਸਨ। ਇਹ ਗੁਪਤ ਪ੍ਰਗਟ ਹੋਣ ਦੀ ਸਿੱਧੀ ਹੁੰਦੀ ਹੈ। ਮਹਾਰਾਜ ਦੇ ਸਿਮਰਨ ਭਜਵੇਂ ਸਿੱਧੀਆਂ ਜਿਹੜੀਆਂ ਨੇ ਇਹ ਆਮ ਹੀ ਗੁਰਸਿੱਖਾਂ ਦੀ ਸੇਵਾ ਲਈ ਹਾਜ਼ਰ ਹੋ ਜਾਂਦੀਆਂ, ਪਰ ਮਹਾਂਪੁਰਖ ਲੋਕ ਇਹਨਾਂ ਵਿੱਚ ਪਰਚਦੇ ਨਹੀਂ ਹਨ। ਚਾਹੁਣ ਤਾਂ ਵਰਤ ਸਕਦੇ ਹਨ ਪਰ ਇਹਨਾਂ ਵਿੱਚ ਪਰਚਦੇ ਨਹੀਂ, ਕਿਉਂਕਿ ਜਿਹੜਾ ਇਹਨਾਂ 'ਚ ਪਰਚ ਜਾਂਦਾ ਹੈ ਇਹ ਫਿਰ ਮਾਇਆ ਹੀ ਹੈ ਤੇ ਮਾਇਆ ਹਮੇਸ਼ਾ ਹੀ ਪਰਮੇਸ਼ਵਰ ਤੋਂ ਦੂਰ ਕਰਦੀ ਹੈ, ਡੇਗ ਦਿੰਦੀ ਜਿਵੇਂ ਆਪਣੇ ਜੀਵਨ ਦੇ ਤਾਈਂ। ਇਸ ਵਾਸਤੇ ਤੋਂ ਮੋਹਨ ਜੀ ਇਸ ਤਰੀਕੇ ਦੇ ਨਾਲ ਸੋ ਗੁਪਤ ਪ੍ਰਗਟ ਹੋ ਜਾਇਆ ਕਰਦੇ ਨੇ। ਹੁਣ ਜਿਸ ਤਰੀਕੇ ਦੇ ਨਾਲ ਕਵੀ ਜੀ ਅੱਗੇ ਮੋਹਨ ਜੀ ਬਾਰੇ ਦੱਸ ਰਹੇ ਨੇ, ਪਿਆਰ ਪੂਰਵਕ ਪ੍ਰਸੰਗ ਦੀ ਲੜੀ ਵਿੱਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਅੰਤਰ ਧਿਆਨ ਹੋਤ ਕਿਹ ਕਾਲ। ਕਿਸੇ ਵੇਲੇ ਅੰਤਰ ਧਿਆਨ ਭਾਵ ਕਿ ਗੁਪਤ ਹੋ ਜਾਂਦੇ ਸਨ ਮੋਹਨ ਜੀ। ਕਬਹੁ ਪ੍ਰਗਟ ਪਿਖਹਿ ਨਰ ਜਾਲ। ਤੇ ਕਦੇ ਪ੍ਰਗਟ ਹੋ ਜਾਂਦੇ ਨੇ, ਸਾਰੀ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਸਿਰ ਤੇ ਨਗਨ ਰਹੇ ਕਬ ਬੈਸੇ। ਤੇ ਕਦੀ ਕਦੀ ਇਸ ਪ੍ਰਕਾਰ ਯੋਗ ਸਮਾਧੀ ਚ ਕਹਿੰਦੇ ਸਿਰ ਤੋਂ ਨਗਨੀ ਹੋ ਕਰਕੇ ਸਮਾਧੀ ਚ ਸਥਿਤ ਹੋਇਆ ਕਰਦੇ ਹਨ। ਕਰਤ ਚੇਸ਼ਟਾ ਉਨਮਤ ਜੈਸੇ। ਤੇ ਫਿਰ ਆਪਣੇ ਸਰੀਰ ਦੀ ਕਿਰਿਆ ਇਸ ਤਰ੍ਹਾਂ ਕਰਦੇ ਹਨ ਜਿਵੇਂ ਮਸਤ ਹੁੰਦੇ ਨੇ।
ਸੋ ਇਹ ਮਸਤ ਇੱਕ ਉੱਚੀ ਅਵਸਥਾ ਹੈ। ਜੁਗ ਹਾਥਨ ਸੋ ਭੋਜਨ ਖਾਵੇ, ਤੇ ਕਦੇ ਭੋਜਨ ਛਕਣ ਲੱਗਦੇ ਤੇ ਦੋਨਾਂ ਹੱਥਾਂ ਨਾਲ ਹੀ ਭੋਜਨ ਛਕਣ ਲੱਗ ਜਾਂਦੇ ਹਨ। ਕਬਹੁ ਮੌਨ ਕਬ ਊਚ ਅਲਾਵੇ, ਤੋ ਕਦੇ ਤਾਂ ਚੁੱਪ ਰਹਿੰਦੇ ਨੇ ਤੇ ਕਦੇ ਉੱਚੀ ਉੱਚੀ ਬੋਲਣ ਵੀ ਲੱਗ ਜਾਂਦੇ ਹਨ। ਐਸੀ ਦਸ਼ਾ ਦੇਖ ਤਿਸ ਮਾਤਾ, ਇਹੋ ਜਿਹੀ ਮੋਹਨ ਜੀ ਦੀ ਮਸਤ ਦਸ਼ਾ ਨੂੰ ਦੇਖ ਕੇ ਉਹਨਾਂ ਦੇ ਮਾਤਾ ਜੀ ਨੇ ਹਿਗ ਆਈ ਗੁਰ ਆਨੰਦ ਦਾਤਾ, ਆਨੰਦ ਦੇ ਦਾਤਾ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆਏ ਹਨ। ਬਿਨੈ ਸਹਿਤ ਮਨ ਦੀਨ ਬਖਾਨੇ, ਬੜਾ ਅਧੀਨ ਮਨ ਕਰਕੇ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ, ਤੁਮ ਸੋ ਦ੍ਰਿਸ਼ਟ ਤੇ ਬਾਵਰ ਸਿਆਨੇ, ਇਹ ਗਰੀਬ ਨਵਾਜ ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਨਾਲ ਤਾਂ ਕਮਲੇ ਜਿਹੜੇ ਨੇ ਉਹ ਵੀ ਸਿਆਣੇ ਪਾਗਲ ਵੀ ਜਿਹੜੇ ਉਹ ਸਿਆਣੇ ਹੋ ਜਾਂਦੇ ਆ। ਮ੍ਰਿਤਕ ਭਏ ਜੀਵਹਿ ਤਤਕਾਲ, ਜਿਹੜੇ ਮੁਰਦੇ ਹੋ ਗਏ ਉਹ ਵੀ ਤੁਹਾਡੀ ਕਿਰਪਾ ਦੀ ਦ੍ਰਿਸ਼ਟੀ ਹੋ ਜਾਂਦੀ ਤੇ ਉਹ ਵੀ ਝੱਟ ਜਿਉਂਦੇ ਹੋ ਜਾਂਦੇ ਹਨ। ਕਾਰਜ ਸਿੱਧ ਕਰਹੁ ਸਿੱਖ ਜਾਲ, ਸਮੂਹ ਗੁਰਸਿੱਖਾਂ ਦੇ ਕਾਰਜ ਸਿੱਧ ਕਰਦੇ ਹੋ, ਮਾਹਰ ਕੰਮ ਪੂਰੇ ਕਰਦੇ ਹੋ ਆਪ ਜੀ। ਜੇਠੋ ਪੁੱਤਰ ਸੁਮਤ ਜੋਤ ਰਾਵਰ, ਤੇ ਮਹਾਰਾਜ ਤੁਹਾਡਾ ਜਿਹੜਾ ਇਹ ਵੱਡਾ ਪੁੱਤਰ ਹੈ ਸੋਹਣੀ ਮੱਤ ਵਾਲਾ ਜੋ ਸੀ, ਕਿਮ ਹੋਇਓ ਮੋਹਨ ਇਹ ਬਾਵਰ, ਇਹ ਮੋਹਨ ਤੁਹਾਡਾ ਵੱਡਾ ਪੁੱਤਰ ਆ, ਇਹ ਬੌਰਾ ਕਿਸ ਤਰ੍ਹਾਂ ਹੋਇਆ, ਮਸਤਾਨਾ ਕਿੱਦਾਂ ਹੋਇਆ ਹੈ। ਜਾਣਤ ਹੁਤੇ ਜੇ ਇਮ ਮਨ ਮਾਹੂ, ਜੇ ਤੁਹਾਨੂੰ ਪਤਾ ਹੀ ਸੀ, ਮਨ ਵਿੱਚ ਜਾਣਦੇ ਸੀ ਵੀ ਮੋਹਨ ਇਦਾਂ ਦਾ ਮਸਤ ਰਹਿਣ ਵਾਲਾ ਹੈ, ਮਸਤਾਨਾ ਤਾਂ ਤਉ ਕਾਹੇ ਕੀਨਸ ਇਸ ਵਿਆਹੂ, ਫਿਰ ਇਹਨਾਂ ਦੀ ਸ਼ਾਦੀ ਕਿਉਂ ਕੀਤੀ। ਜੇ ਤੁਹਾਨੂੰ ਪਤਾ ਸੀ ਮਸਤ ਰਹਿਣੇ ਨੇ ਫਿਰ ਸ਼ਾਦੀ ਨਹੀਂ ਕਰਨੀ ਜੀ। ਵੱਡੀ ਸਨੂਖਾ ਪਤੀ ਬਹੀਨੀ, ਤੋ ਇਸ ਪ੍ਰਕਾਰ ਜੋ ਮੇਰੀ ਵੱਡੀ ਨੂੰਹ ਹੈ ਮੋਹਨ ਜੀ ਦੇ ਘਰੋਂ, ਉਹ ਪਤੀ ਤੋਂ ਵੀ ਹੋਣੀ ਹੈ। ਇਹ ਤਾਂ ਚੁੱਪ ਕਰਕੇ ਕੁੰਡੇ ਲਾ ਕਰਕੇ ਤੇ ਆਪਣੇ ਮਸਤ ਸਮਾਧੀ 'ਚ ਬੈਠਾ ਰਹਿੰਦਾ ਹੈ, ਇਸ ਵਾਸਤੇ ਪਤੀ ਤੋਂ ਵਿਹੀਣੀ ਰਹਿੰਦੀ ਹੈ। ਰਹਿਤ ਬਸੂਰਤ ਦੁਖ ਤੇ ਦੀਨੀ, ਬੜਾ ਭਾਰੀ ਦੁਖੀ ਹੋ ਕਰਕੇ ਝੂਰਦੀ ਰਹਿੰਦੀ ਹੈ ਇਹ। ਮੈਂ ਢਿੱਗ ਦੇਖੋ ਤਿਸ ਪਛਤਾਉ, ਮੇਰੇ ਕੋਲ ਬੈਠੀ ਜਿਸ ਵੇਲੇ ਮੈਂ ਐਸ ਹਾਲਤ ਵਿੱਚ ਤੱਕਦੀ ਹਾਂ ਤੇ ਬੜਾ ਪਛਤਾਤਾਪ ਲੱਗਦਾ ਹੈ। ਪਰੀ ਲਾਜ ਬਸ ਕਹੇ ਨ ਕਾਉ, ਪਰ ਮਹਾਰਾਜ ਹੁਣ ਕੀ ਕਰੀਏ, ਕੋਈ ਬਸ ਨਹੀਂ ਚੱਲਦਾ ਹੈ ਜੀ। ਹਰਖ ਸਮੇਤ ਹੋਤ ਕਬ ਨਾਹੀ, ਉਹ ਤਾਂ ਕਦੇ ਵੀ ਖੁਸ਼ ਹੀ ਨਹੀਂ ਹੁੰਦੀ ਹੈ, ਉਦਾਸ ਬਿਰਤੀ ਵਿੱਚ ਰਹਿੰਦੀ ਹੈ। ਅਪਰ ਤਨੀਐ ਕੋ ਪਿਖ ਸੁਖ ਮਾਹੀ, ਤੋ ਇਸ ਪ੍ਰਕਾਰ ਸੋ ਹੋਰ ਬੀਬੀਆਂ ਨੂੰ ਘਰ ਵਿੱਚ ਦੇਖ ਕੇ ਉਹ ਸੁਖੀ ਹਨ, ਬੱਚਿਆਂ ਵਿੱਚ ਖੇਲਦੀਆਂ ਹਨ। ਸੰਤਤ ਹੀਨੀ ਪਰਮ ਵਿਯੋਗ ਵਿਯੋਗਨ, ਇਸ ਵਾਸਤੇ ਬੜੀ ਵਿਜੋਗਨ ਹੈ ਕਿਉਂਕਿ ਉਹ ਸੰਤਤਹੀਨ ਹੈ, ਔਲਾਦ ਨਹੀਂ ਹੈ ਉਸ ਦੇ ਘਰ ਵਿੱਚ। ਚਾਹਤ ਨਾ ਬਸਨ ਬਿਭੂਖਨ ਸੋਗਨ, ਇਸ ਵਾਸਤੇ ਐਸੇ ਸੋਗ ਵਿੱਚ ਹੈ ਉਹਨਾਂ ਦਾ ਮਨ ਕਿ ਉਹ ਨਾ ਕੋਈ ਚੰਗੇ ਵਸਤਰ ਨਾ ਕੋਈ ਗਹਿਣੇ, ਉਹਨਾਂ ਦਾ ਚਿੱਤ ਹੀ ਨਹੀਂ ਕਰਦਾ ਹੈ ਇਹਨਾਂ ਨੂੰ ਪਹਿਰਨ ਵਾਸਤੇ, ਉਦਾਸ ਚਿੱਤ ਰਹਿੰਦੇ ਹਨ। ਤਿਮ ਦੁਖ ਤੇ ਦੁਖੀਆ ਮਨ ਮੇਰੋ, ਤੇ ਇਸ ਕਰਕੇ ਮੇਰਾ ਵੀ ਮਨ ਦੁਖੀ ਹੈ। ਭਈ ਅਕਸਰ ਸੋ ਬੱਚੀ ਹੈ ਵਿਆਹੀ ਹੋਈ ਘਰ ਵਿੱਚ ਆਈ ਹੈ ਤੇ ਉਹਨੂੰ ਇਹ ਸਾਡੀਆਂ ਸਾਰੀਆਂ ਪਰਿਵਾਰ ਦੀਆਂ ਘਰ ਦੀਆਂ ਖੁਸ਼ੀਆਂ ਨਾਲ ਉਹ ਖੁਸ਼ ਨਹੀਂ ਹੈ। ਪਰਮ ਅਨਾਥ ਸਮਾਨ ਜਿਹੇਰੋ, ਤੇ ਜਦੋਂ ਉਸ ਨੂੰ ਤੱਕਦੇ ਹਾਂ ਤੇ ਬਹੁਤ ਵੱਡੀ ਅਨਾਥ ਯਤੀਮਾਂ ਵਾਂਗ ਉਹਦਾ ਜੀਵਨ ਹੈ। ਸੁਨ ਸ੍ਰੀ ਅਮਰ ਪ੍ਰਸੰਨ ਭਏ ਹੈ, ਤਾਂ ਮੇਰੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੋ ਗਏ, ਖੁਸ਼ ਹੋਏ ਹਨ। ਮੋਹਨ ਮਹਾ ਆਨੰਦ ਰਹੇ ਹੈ, ਮਹਾਰਾਜ ਕਹਿਣ ਲੱਗੇ ਮੋਹਨ ਤਾਂ ਬਹੁਤ ਆਨੰਦ ਵਿੱਚ ਲੀਨ ਰਹਿੰਦਾ ਹੈ, ਸੋ ਬਹੁਤ ਆਤਮਕ ਆਨੰਦ ਵਿੱਚ ਤ੍ਰਿਪਤੀ ਹੈ ਉਸਦੀ। ਮੋਹਨ ਮੋਹ ਨ ਭੇਦ ਸੋ ਏਕ, ਤੇ ਮਹਾਰਾਜ ਕਹਿੰਦੇ ਨੇ ਮੋਹਨ ਵਿੱਚ ਤੇ ਸਾਡੇ ਵਿੱਚ ਅਸੀਂ ਇੱਕੋ ਹੀ ਰੂਪ ਹਾਂ, ਕੋਈ ਭੇਦ ਫਰਕ ਨਹੀਂ ਹੈ। ਲੀਨ ਸਮੁੰਦਰ ਆਨੰਦ ਵਿਵੇਕ, ਇਸ ਪ੍ਰਕਾਰ ਸੋ ਵਿਵੇਕ ਗਿਆਨ ਦੇ ਸਮੁੰਦਰ ਦਾ ਆਨੰਦ ਮਾਣਦੇ ਹਨ ਮੋਹਨ ਜੀ। ਗੋਹਜ ਕਥਾ ਇਹ ਕਿਮ ਨਹਿ ਕਹੈ, ਇਸ ਵਾਸਤੇ ਇਹ ਗੁੱਝ ਕਥਾ ਕਿਸ ਤਰ੍ਹਾਂ ਵੀ ਅਸੀਂ ਕਹਿੰਦੇ ਨਹੀਂ ਹਾਂ। ਮੋਹਨ ਸਭ ਵਿਦ ਪੂਰਨ ਅਹੈ, ਮੋਹਨ ਸਭ ਤਰੀਕਿਆਂ ਦੇ ਨਾਲ ਸ਼ਕਤੀਆਂ ਸੰਪੰਨ ਪੂਰਨ ਹੈ। ਕਹਿਤ ਸਨੂਖਾ ਮੋਰ ਅਨਾਥ, ਇਸ ਵਾਸਤੇ ਤੁਸੀਂ ਕਹਿੰਦੇ ਹੋ ਕਿ ਮੇਰੀ ਇਸ ਪ੍ਰਕਾਰ ਵੱਡੀ ਨੂੰਹ ਜਿਹੜੀ ਹੈ ਮੋਹਨ ਜੀ ਦੇ ਘਰੋਂ ਇਹ ਅਨਾਥ ਯਤੀਮਾਂ ਵਾਂਗ ਜੀਵਨ ਗੁਜ਼ਾਰਦੀ ਹੈ। ਜਾਂ ਤੇ ਇਮ ਕਹੀਏ ਤੇ ਸਾਥ, ਤੇ ਇੰਜ ਕਰੋ ਤੁਸੀਂ ਸਾਡਾ ਹੁਕਮ ਸੁਣਾ ਦਿਓ ਉਸ ਬੱਚੀ ਨੂੰ। ਬਸਤਰ ਨਵੀਨ ਦੇਹ ਪਹਿਰਾਏ, ਸੋਹਣੇ ਸੁੰਦਰ ਨਵੇਂ ਬਸਤਰ ਸਰੀਰ ਤੇ ਧਾਰਨ ਕਰ ਲਵੇ। ਆਪਣੇ ਸੰਗ ਲੇਹੋ ਤਿਹ ਜਾਏ, ਉਸ ਨੂੰ ਆਪਣੇ ਨਾਲ ਲੈ ਕਰਕੇ ਮੋਹਨ ਜੀ ਦੇ ਕੋਲ ਜਾਓ। ਮੋਹਨ ਕੇ ਚਰਨਨ ਪਰ ਪਾਵਹੁ, ਤੇ ਉਸ ਨੂੰ ਕਹੋ ਕਿ ਮੋਹਨ ਜੀ ਦੇ ਚਰਨਾਂ ਤੇ ਨਮਸਕਾਰ ਕਰੇ। ਬਨ ਕੇ ਦੀਨ ਸੋ ਬਿਨਤੀ ਗਾਵਹੁ, ਤੇ ਅਧੀਨ ਹੋ ਕਰਕੇ ਤੇ ਬੇਨਤੀ
ਬੇਨਤੀ ਮੋਹਨ ਜੀ ਨੂੰ ਕਰੋ ਤੁਸੀਂ। ਕਰਹਿ ਦ੍ਰਿਸ਼ਟ ਮੋਹਨ ਕੀ ਤਿਸ ਪਰ, ਜਦੋਂ ਮੋਹਨ ਜੀ ਸੋ ਇੱਛਾ ਧਾਰ ਕਰਕੇ ਆਪਣੀ ਕਿਰਪਾ ਦ੍ਰਿਸ਼ਟੀ ਪਾਉਣਗੇ ਨਾ ਆਪਣੀ ਧਰਮ ਪਤਨੀ ਤੇ, ਪ੍ਰਾਪਤ ਹੋਏ ਪੁੱਤਰ ਕੋ ਤਬ ਬਰ। ਤਾਂ ਉਸ ਦੇ ਵਰ ਦੁਆਰਾ ਕਹਿੰਦੇ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ। ਸੁਨ ਸਤਿਗੁਰ ਕੇ ਬਾਕ ਸੁਹਾਏ, ਸੋਭਨੀਕ ਸਤਿਗੁਰਾਂ ਦੇ ਐਸੇ ਬਚਨ ਸਰਵਣ ਕਰਕੇ ਜੀ ਆਏ ਸਨੂਖਾ ਕੋ ਸਮਝਾਏ। ਗੁਰੂ ਦੇ ਮਹਿਲਾਂ ਨੇ ਆਣ ਕਰਕੇ ਇਸ ਵੱਡੀ ਨੂੰਹ ਦੇ ਤਾਈਂ ਸਮਝਾਇਆ ਹੈ। ਗਮਨੀ ਆਪ ਸੰਗ ਸੋ ਲੀਨਾ, ਆਪ ਨਾਲ ਲੈ ਕਰਕੇ ਮੋਹਨ ਜੀ ਦੇ ਕੋਲ ਗਈ ਹੈ। ਮੋਹਨ ਦਇਆ ਦ੍ਰਿਸ਼ਟ ਤਬ ਕੀਨਾ, ਮੋਹਨ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਮਿਹਰ ਕੀਤੀ ਹੈ। ਕਰ ਬੰਧਨ ਨਿਜ ਪਤ ਕੋ ਆਈ, ਜਦੋਂ ਆਪਣੇ ਪਤੀ ਜੀ ਨੂੰ ਨਮਸਕਾਰ ਕਰਕੇ ਆਈ ਹੈ, ਗਰਭ ਧਰਿਓ ਤਿਸ ਤੇ ਪਿਛਵਾਈ। ਉਸ ਤੋਂ ਬਾਅਦ ਇਸ ਦੇ ਸਰੀਰ ਤੇ ਬਾਲਕ ਦੇ ਪ੍ਰਗਟ ਹੋਣ ਦੀਆਂ ਨਿਸ਼ਾਨੀਆਂ ਆ ਗਈਆਂ ਹਨ। ਕੇਤਕ ਦਿਨ ਮਹਿ ਸੁਤ ਅਬ ਰਾਮ, ਤੋ ਕਿਤਨੇ ਕੁ ਦਿਨਾਂ ਵਿੱਚ ਸੁੰਦਰ ਜੋ ਸੁਪੁੱਤਰ ਸੀ। ਜਨਮਿਓ ਤਬ ਮੋਹਨ ਕੇ ਧਾਮ, ਮੋਹਨ ਜੀ ਦੇ ਘਰ ਵਿੱਚ ਸੁਪੁੱਤਰ ਜਿਹੜਾ ਸੀ ਉਹ ਪੈਦਾ ਹੋਇਆ। ਫਿਰ ਸ੍ਰੀ ਗੁਰ ਕੋ ਸੁਧ ਆਨ ਸੁਨਾਈ, ਸਤਿਗੁਰਾਂ ਨੂੰ ਆਣ ਕਰਕੇ ਖਬਰ ਸੁਣਾਈ ਹੈ ਕਿ ਮਹਾਰਾਜ ਤੁਹਾਡੇ ਘਰ ਪੋਤਰੇ ਦਾ ਜਨਮ ਹੋਇਆ ਹੈ। ਕੀਨੋ ਮੰਗਲ ਬੱਜੀ ਵਧਾਈ, ਬਹੁਤ ਵਧਾਈਆਂ ਖੁਸ਼ੀਆਂ ਹੋਈਆਂ ਨੇ, ਬਹੁਤ ਮੰਗਲਾਚਾਰ ਕੀਤੇ ਹਨ। ਭਇਓ ਆਨੰਦ ਸਰਬ ਹੀ ਧਾਮ, ਸਾਰੇ ਘਰ ਦੇ ਵਿੱਚ ਬਹੁਤ ਖੁਸ਼ੀ ਹੋਈ ਹੈ। ਸੰਸ ਰਾਮ ਰਾਖਿਓ ਤਿਸ ਨਾਮ, ਔਰ ਇਸ ਦਾ ਨਾਮ ਹੋਇਆ ਭਾਈ ਸੰਸਰਾਮ। ਇਹ ਸਤਿਗੁਰਾਂ ਦੇ ਵੱਡੇ ਸੁਪੁੱਤਰ ਮੋਹਨ ਜੀ ਦਾ ਪੁੱਤਰ ਹੋਇਆ, ਗੁਰੂ ਸਾਹਿਬ ਦਾ ਪੋਤਰਾ ਵੱਡਾ। ਇਸ ਪ੍ਰਕਾਰ ਸੋ ਵੱਡੇ ਪੁੱਤਰ ਦਾ ਅੱਗੇ ਪੁੱਤਰ ਜਿਹੜਾ ਹੈ ਇਹਦਾ ਨਾਮ ਇਸ ਤਰੀਕੇ ਨਾਲ ਸੰਸਰਾਮ ਜੀ ਰੱਖਿਆ ਹੈ। ਪ੍ਰਥਮ ਜਨਮ ਮਹਿ ਕਾਲ ਵਿਸਾਲ, ਪਰ ਇਹ ਜਿਹੜੀ ਰੂਹ ਹੈ ਇਸ ਨੇ ਪੂਰਬਲੇ ਜਨਮ ਵਿੱਚ ਬਹੁਤ ਘਾਲਣਾ ਘਾਲੀ ਸੀ। ਤਪ ਆਦਿਕ ਕੀਨੇ ਜਿਨ ਜਾਲ, ਬਹੁਤ ਸਾਰੇ ਤਪ ਸਾਧਨਾ ਕੀਤੇ, ਭਜਨ ਸਮਨ ਕੀਤਾ ਹੋਇਆ ਸੀ ਇਸਨੇ। ਬਾਲਕ ਕਿਤਕ ਦਿਨਨ ਜਬ ਭਇਓ, ਕਿੰਨੇ ਕੁ ਦਿਨਾਂ ਦਾ ਜਦੋਂ ਇਹ ਬਾਲਕ ਹੋਇਆ ਸੰਸਰਾਮ। ਜਨਨੀ ਕੋ ਸਰੀਰ ਛੁੱਟ, ਜਨਨੀ ਕੋ ਸਰੀਰ ਛੁੱਟ ਗਇਓ। ਤੋ ਪਰਮੇਸ਼ਰ ਦੀ ਮੌਜ ਹੈ। ਤੋ ਇਹਨਾਂ ਦੇ ਮਾਤਾ ਜੀ ਉਹ ਸਰੀਰ ਛੱਡ ਗਏ ਹਨ, ਤੋ ਪਰਲੋਕ ਪਿਆਨਾ ਕਰ ਗਏ। ਤਿਸ ਪਰ ਕੀਨਸ ਕਿਰਪਾ ਕਿਰਪਾਲ, ਤੇ ਉਸ ਬਾਲਕ ਤੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ, ਕਿਰਪਾਲੂ ਸਤਿਗੁਰਾਂ। ਪ੍ਰਤ ਪਾਰਿਓ ਕਰ ਯਤਨ ਸੋ ਬਾਲ, ਤੋ ਉਸ ਬਾਲਕ ਨੂੰ ਯਤਨ ਕਰਕੇ ਸੋ ਉਹਦੀ ਪ੍ਰਤਪਾਲਾ ਕੀਤੀ ਹੈ। ਭੋਜਨ ਗੁਰ ਕੋ ਸੀਤ ਪ੍ਰਸਾਦ, ਇਹ ਬਾਲਕ ਸੀ, ਗੁਰੂ ਸਾਹਿਬ ਜੀ ਨੂੰ ਪਾਲਦੇ ਸਨ, ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਛਕ ਲਿਆ ਕਰਦਾ ਸੀ। ਇਹ ਖਾਵਤ ਰਹਿਓ ਲਹੇ ਆਹਲਾਦ, ਬੜਾ ਭਾਰੀ ਆਨੰਦ ਪ੍ਰਾਪਤ ਕਰਦਾ ਹੈ। ਜਬ ਹੀ ਬੈ ਕਰ ਭਇਓ ਬਡੇਰਾ, ਜਦੋਂ ਅਵਸਥਾ ਦੇ ਵਿੱਚ ਇਹਦਾ ਸਰੀਰ ਵੱਡਾ ਹੋਇਆ ਹੈ ਤਾਂ ਸਤਿਗੁਰ ਬਾਣੀ ਲਿਖੇ ਕਨੇਰਾ। ਇਹ ਗੁਰੂ ਸਾਹਿਬ ਦੀ ਬਾਣੀ ਲਿਖਣ ਲੱਗ ਗਿਆ, ਸਤਿਗੁਰਾਂ ਦੀ ਬਾਣੀ ਲਿਖਦਾ ਸੀ ਇਹ। ਪ੍ਰਥਮ ਗੁਰੂ ਕੀ ਜੇਤਕ ਇਹ, ਪਹਿਲੇ ਸਤਿਗੁਰਾਂ ਦੀ ਜਿੰਨੀ ਕੁ ਬਾਣੀ ਹੈ ਉਹ ਜਣੀ ਹੈ ਇਹਨਾਂ ਨੇ ਲਿਖੀ ਭਾਈ ਸੰਸਰਾਮ ਜੀ ਨੇ। ਸ੍ਰੀ ਅੰਗਦ ਗੁਰ ਅਮਰ ਜੋ ਕਹੈ, ਜੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਨੇ ਜੋ ਬਾਣੀ ਉਚਾਰਨ ਕੀਤੀ ਹੈ, ਤੋ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਸੋ ਸੁਣ ਕਰਕੇ ਤੇ ਇਹ ਲਿਖਿਆ ਕਰਦਾ ਸੀ। ਲਿਖਾਰੀ ਹੋਇਆ ਬਹੁਤ ਗੁਰੂ ਦਾ ਪਿਆਰਾ। ਸਭ ਬਾਣੀ ਕੋ ਲਿਖੇ ਬਨਾਏ, ਸਾਰੀ ਬਾਣੀ ਨੂੰ ਬੜੇ ਸਤਿਕਾਰ ਬਣਾ ਕਰਕੇ ਸੋ ਸ਼ੁੱਧ ਕਰਕੇ ਲਿਖਦਾ ਸੀ ਇਹ। ਸਮਝੇ ਅਰਥ ਮਹਾ ਸੁਖ ਪਾਏ, ਤੋ ਅਰਥ ਸਮਝਦਾ ਹੈ, ਮਹਾਨ ਸੁਖਾਂ ਦੀ ਪ੍ਰਾਪਤੀ ਕਰਦਾ ਹੈ। ਸ਼ੀਤ ਪ੍ਰਸਾਦ ਪਿਤਾ ਮੇ ਕੇਰਾ, ਤੋ ਇਸ ਪ੍ਰਕਾਰ ਆਪਣੇ ਦਾਦਾ ਜੀ ਦਾ ਸ਼ੀਤ ਪ੍ਰਸ਼ਾਦ ਛਕਦਾ ਰਿਹਾ ਹੈ। ਅਚਿਤ ਰਹਿਓ ਸਿੱਧ ਭਇਓ ਬਡੇਰਾ, ਇਸ ਪ੍ਰਕਾਰ ਸੋ ਬਹੁਤ ਅਚਿਤ ਰਹਿਓ, ਸੋ ਭੋਜਨ ਛਕਦਾ ਰਿਹਾ ਤੇ ਬਹੁਤ ਗਿਆਨਵਾਨ ਹੋਇਆ। ਫਿਰ ਇਹ ਇਸ ਐਮ ਸ੍ਰੀ ਅਮਰਦਾਸ ਕੇ ਪੋਤੇ, ਇਉਂ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੋਤਰੇ ਹੋਏ ਨੇ ਇਹ ਜਿਹੜੇ ਹਨ। ਜਨਮ ਲੀਨ ਗੁਣ ਗਨ ਕੇ ਪੋਤੇ, ਤੇ ਇਹ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘਰ ਜਨਮ ਲਿਆ ਪੋਤਰਿਆਂ ਦੇ ਰੂਪ ਵਿੱਚ, ਬਹੁਤ ਗੁਣਾਂ ਦੇ ਖਜ਼ਾਨੇ ਸਨ ਇਹ। ਸੁਨਹਿ ਪਠੇ ਚਿਤ ਦੇ ਨਿਤ ਇਹ, ਜਿਹੜਾ ਇਹਨੂੰ ਸੋ ਚਿੱਤ ਲਾ ਕਰਕੇ ਸੁਣੇਗਾ ਪੜ੍ਹੇਗਾ ਇਸ ਕਥਾ ਦੇ ਤਾਈਂ, ਬਿਨ ਸੰਤਤ ਕੇ ਸੰਤਤ ਦੇਹ, ਤਾਂ ਉਹਨਾਂ ਨੂੰ ਕਹਿੰਦੇ ਨੇ ਇਹ ਜਿਹੜੀ ਕਥਾ ਹੈ ਬਿਨ ਬੇ ਔਲਾਦਿਆਂ ਨੂੰ ਔਲਾਦ ਦੇਣ ਵਾਲੀ ਹੈ। ਅਪਰ ਕਾਮਨਾ ਪੂਰੀ ਕਰੈ, ਹੋਰ ਜੋ ਵੀ ਕਾਮਨਾ ਇੱਛਾ ਕਿਸੇ ਦੀ ਹੋਵੇ, ਸ਼ਰਧਾ ਧਾਰ ਕਰਕੇ ਜੋ ਪੜ੍ਹੇ ਸੁਣੇਗਾ ਇਸ ਕਥਾ ਦੇ ਤਾਈਂ,
ਉਸ ਨੂੰ ਉਹੀ ਦਾਤ ਮਿਲੇਗੀ। ਸ੍ਰੀ ਗੁਰ ਅਮਰ ਕਥਾ ਜੋ ਰਰੈ, ਮੇਰੇ ਸਤਿਗੁਰੂ ਪਾਤਸ਼ਾਹ ਜੀ ਅਮਰਦਾਸ ਸਤਿਗੁਰਾਂ ਦੀ ਕਥਾ ਨੂੰ ਜੋ ਉਚਾਰਨ ਕਰੇਗਾ, ਭੁਗਤ ਮੁਕਤ ਕੀ ਏ ਵੱਡ ਦਾਤਾ, ਇਹ ਭੁਗਤ ਐ ਸੰਸਾਰ ਦੇ ਪਦਾਰਥਾਂ ਤੇ ਮੁਕਤੀ ਦੀ ਦਾਤਾ ਦੇਣ ਵਾਲੀ ਹੈ। ਫਲ ਲਹਿ ਜਿਨਹੁ ਮਹਾਤਮ ਜਾਤਾ, ਤੇ ਇਸ ਪ੍ਰਕਾਰ ਸੋ ਜਿਨ੍ਹਾਂ ਨੇ ਇਸ ਦੇ ਮਹਾਤਮ ਨੂੰ ਜਾਣਿਆ ਉਹ ਐਸਾ ਫਲ ਪ੍ਰਾਪਤ ਕਰਨਗੇ ਜਿਹੜੇ ਭਾਵਨਾ ਸਹਿਤ ਗੁਰੂ ਅਮਰਦਾਸ ਦੀ ਕਥਾ ਕਰਨ ਸੁਣਨਗੇ। ਦੋਹਰਾ ਸ੍ਰੀ ਗੁਰ ਕਿਰਪਾ ਨਿਧਾਨ ਬਰ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਸ੍ਰੇਸ਼ਟ ਮਹਾਨ ਕਿਰਪਾ ਦੇ ਖਜ਼ਾਨੇ ਹਨ। ਸਕਲ ਲੋਕ ਸੁਖ ਦਾਨ, ਸਾਰੇ ਲੋਕਾਂ ਨੂੰ ਸੁਖ ਦੇਣ ਵਾਲੇ ਹਨ ਸਤਿਗੁਰੂ ਜੀ। ਭਾਗਹੀਨ ਨਿੰਦਕ ਲਹਿਤ, ਪਰ ਫਿਰ ਵੀ ਜਿਹੜੇ ਭਾਗਾਂ ਤੋਂ ਹੀਣੇ ਨਿੰਦਕ ਲੋਕ ਹਨ ਉਹ ਜਾਣਦੇ ਹਨ। ਨਿਜ ਕਰਮਨ ਫਲ ਜਾਣ ਲੋ ਕਿ ਆਪਣੇ ਮਾੜੇ ਕਰਮਾਂ ਦਾ ਫਲ ਭੋਗਦੇ ਹਨ। ਧੰਨ ਸਤਿਗੁਰੂ ਅਮਰਦਾਸ ਮਹਾਰਾਜ ਦੀਆਂ ਬਰਕਤਾਂ ਬਖਸ਼ਿਸ਼ਾਂ ਤੋਂ ਦੁਖੀ ਹੁੰਦੇ ਨਿੰਦਕ ਲੋਕ। ਜੈਸੇ ਭਾਨ ਉਦੇ ਭਏ, ਤੋ ਕਵੀ ਜੀ ਪ੍ਰਮਾਣ ਦਿੰਦੇ ਨੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਜਗ ਤਿਮਰ ਨਸਾਏ, ਸਾਰੇ ਜਗ ਦਾ ਹਨੇਰਾ ਦੂਰ ਕਰ ਦਿੰਦਾ ਹੈ। ਦੁਰਭਾਗੀ ਪੇਚਕ ਤਉ, ਪਰ ਖੋਟੇ ਭਾਗਾਂ ਵਾਲੇ ਫਿਰ ਵੀ ਜਿਹੜੇ ਉੱਲੂ ਹੁੰਦੇ ਹਨ ਅੰਧ ਭਏ ਦੁਖ ਪਾਏ, ਉਹ ਅੰਨੇ ਹੋ ਜਾਂਦੇ ਨੇ ਤੇ ਬਹੁਤ ਦੁੱਖ ਪ੍ਰਾਪਤ ਕਰ ਸੂਰਜ ਚੜ੍ਹਨ ਦੇ ਨਾਲ। ਚਉਪਈ ਸਭ ਜਗ ਸਤਿਗੁਰ ਕੇ ਗੁਣ ਗਾਵੇ, ਸਾਰਾ ਸੰਸਾਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਗੁਣ ਗਾਨ ਕਰਦਾ ਹੈ। ਦਰਸ ਪਰਸ ਮਨ ਬਾਸ਼ਤ ਪਾਵੇ, ਦਰਸ਼ਨ ਜੋ ਵੀ ਪਰਸਦੇ ਹਨ ਦਰਸ਼ਨ ਕਰਦੇ ਨੇ ਮਨੁ ਬਾਂਝਿਤ ਫਲ ਪ੍ਰਾਪਤ ਕਰਦੇ ਹਨ। ਤਪਾ ਹੁਤੁ ਇੱਕ ਗੋਇੰਦਵਾਲ, ਇੱਥੇ ਗੋਇੰਦਵਾਲ ਸਾਹਿਬ ਜੀ ਵਿਖੇ ਇੱਕ ਤਪਾ ਰਹਿੰਦਾ ਸੀ। ਸੁਨ ਜਸ ਜਰੇ ਹੋਤ ਬੇਹਾਲ, ਗੁਰੂ ਸਾਹਿਬ ਦਾ ਜਿਵੇਂ ਜਿਵੇਂ ਜਸ ਸੁਣਦਾ ਤਦ ਉਹ ਸੜਦਾ ਮਨ ਵਿੱਚ ਤੇ ਬੇਹਾਲ ਹੁੰਦਾ, ਦੁਖੀ ਹੁੰਦਾ ਬਹੁਤ। ਮਰਵਾਹਨ ਕੋ ਪ੍ਰੋਧਾ ਜਾਨੋ, ਤੇ ਜਾਣ ਲਓ ਕਿ ਇਹ ਮਰਵਾਹੇ ਖੱਤਰੀਆਂ ਦਾ ਪ੍ਰੋਤ ਇਹ ਬ੍ਰਾਹਮਣ ਸੀ। ਸੋ ਜਿਹੜੇ ਇਹ ਗੋਂਦਾ ਜਿਹੜਾ ਸੀ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਗਿਆ ਸੀ। ਗੁਰੂ ਅੰਗਦ ਦੇਵ ਸਾਹਿਬ ਹਜੂਰ ਖਡੂਰ ਸਾਹਿਬ, ਤੇ ਇਹਨੇ ਬੇਨਤੀ ਕੀਤੀ ਸੀ ਮਹਾਰਾਜ ਮੈਂ ਨਗਰੀ ਵਸਾਉਣੀ ਚਾਹੁੰਦਾ ਹਾਂ, ਨਗਰੀ ਵਸਦੀ ਨਹੀਂ, ਤੁਸੀਂ ਕਿਰਪਾ ਕਰੋ। ਤਾਂ ਸਤਿਗੁਰੂ ਪਾਤਸ਼ਾਹ ਨੇ ਅਮਰਦਾਸ ਮਹਾਰਾਜ ਨੇ ਆਪਣੇ ਹੱਥ ਦੀ ਸੋਟੀ ਦੇ ਕਰਕੇ ਭੇਜਿਆ ਸੀ, ਜਾਓ ਭੂਤ ਪ੍ਰੇਤਾਂ ਦਾ ਵਾਸਾ ਹੈ ਉੱਥੇ। ਪਹਿਲਾਂ ਆਪਣੇ ਸਪੁੱਤਰਾਂ ਨੂੰ ਹੁਕਮ ਕੀਤਾ ਸੀ, ਉਹ ਨਾ ਕਰ ਗਏ ਸਨ ਦਾਸੂ ਦਾਤੂ ਹੋਣੀ। ਫਿਰ ਮਹਾਰਾਜ ਨੂੰ ਭੇਜਿਆ ਸੀ ਤੇ ਇਹਨਾਂ ਨੇ ਜਦੋਂ ਗੁਰੂ ਦਾ ਬਚਨ ਮੰਨ ਕੇ ਉੱਥੇ ਇਸ ਪ੍ਰਕਾਰ ਸੋਟੀ ਘੁਮਾ ਕੇ ਸਤਨਾਮ ਕਿਹਾ, ਇਹ ਜਗ੍ਹਾ ਪਵਿੱਤਰ ਹੋ ਗਈ, ਸਭ ਮਾੜੀਆਂ ਰੂਹਾਂ ਤੋਂ ਚਲੀਆਂ ਗਈਆਂ। ਇਹ ਜਿਹੜਾ ਗੋਂਦਾ ਸੀ ਇਹ ਖੱਤਰੀ ਇਹਦੇ ਮਰਵਾਹਾ ਗੋਤ ਸੀ। ਇਹ ਮਰਵਾਹੇ ਜਿਹੜੇ ਇਸ ਦੀ ਅੰਸ਼ ਬੰਸ ਵਾਲੇ ਸਨ ਉਹਨਾਂ ਦਾ ਇਹ ਪ੍ਰੋਤ ਸੀ ਜਿਹੜਾ ਨਾ, ਇਹ ਤਪਾ ਕਹਾਉਂਦਾ ਸੀ, ਯੋਗ ਸਾਧਨਾ ਕਰਨ ਵਾਲਾ ਸੀ ਇਹ। ਉਸ ਜੋਗੀ ਕੋ ਮਿੱਤਰ ਸਮਾਨੋ, ਤੇ ਇਹ ਉਸ ਜੋਗੀ ਦਾ ਮਿੱਤਰ ਸੀ ਜਿਹੜਾ ਖਡੂਰ ਸਾਹਿਬ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਈਰਖਾ ਕਰਦਾ ਸੀ। ਜਾ ਕੋ ਸ੍ਰੀ ਗੁਰ ਅਮਰ ਪ੍ਰਕਾਸ਼, ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਜਿਸ ਤੇ ਉਹ ਪ੍ਰਕਾਸ਼ ਕੀਤਾ ਸੀ। ਮਦ ਖਡੂਰ ਦੰਡ ਦਇਓ ਰਾਸ, ਤੋ ਬੜਾ ਭਾਰੀ ਖਡੂਰ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਦੰਡ ਦਿੱਤਾ ਸੀ। ਮੀਂਹ ਨਹੀਂ ਸੀ ਪੈਂਦਾ, ਉਸ ਨੇ ਗੁਰੂ ਸਾਹਿਬ ਨੂੰ ਨਗਰੀ ਚੋਂ ਕੱਢਿਆ ਸੀ। ਕਹਿੰਦਾ ਭਈ ਤੁਸੀਂ ਗੁਰੂ ਸਾਹਿਬ ਨੂੰ ਬਾਹਰ ਕੱਢੋ, ਗ੍ਰਸਤੀ ਨੂੰ ਕਹਿੰਦੇ ਪੂਜਦੇ ਹੋ, ਇਸ ਪ੍ਰਕਾਰ ਤੇ ਮੀਂਹ ਕਿੱਦਾਂ ਪਵੇ ਮੈਂ ਪਵਾਂ। ਗੁਰੂ ਸਾਹਿਬ ਚਲੇ ਗਏ, ਮੀਂਹ ਨਾ ਪਿਆ। ਜਦੋਂ ਅਮਰਦਾਸ ਮਹਾਰਾਜ ਜੀ ਇੱਧਰੋਂ ਗੋਇੰਦਵਾਲ ਸਾਹਿਬ ਸੇਵਾ ਕਰਕੇ ਗੁਰੂ ਦੇ ਬਚਨਾਂ ਅਨੁਸਾਰ ਨਗਰੀ ਵਸਾਉਂਦੇ ਸਨ। ਜਦੋਂ ਗਏ ਨੇ ਵਾਪਸ ਖਡੂਰ ਸਾਹਿਬ ਤੇ ਦੇਖਿਆ ਵੀ ਮਹਾਰਾਜ ਦਾ ਅਸਥਾਨ ਸਾਰਾ ਖਾਲੀ, ਨਾ ਸੇਵਾਦਾਰ ਨਾ ਗੁਰੂ ਸਾਹਿਬ ਜੀ। ਇਉਂ ਸੱਥ ਦੇ ਵਿੱਚ ਬੰਦਿਆਂ ਨੂੰ ਪੁੱਛਿਆ ਕੀ ਗੱਲ, ਦੱਸਿਆ ਜਿਸ ਵੇਲੇ ਤਾਂ ਇਸ ਪ੍ਰਕਾਰ ਕਹਿਣ ਲੱਗੇ ਗੁਰੂ ਸਾਹਿਬ ਦੀ ਬੇਅਦਬੀ ਜਰ ਨਾ ਸਕੇ। ਅਮਰਦਾਸ ਮਹਾਰਾਜ ਨੇ ਕਿਹਾ ਸੀ ਕਿ ਕਹਿੰਦੇ ਇਹ ਕਿਹੜੀ ਵੱਡੀ ਗੱਲ ਸੀ, ਮੀਂਹ ਤਾਂ ਸਤਿਗੁਰੂ ਪਾਤਸ਼ਾਹ ਦੇ ਸੇਵਾਦਾਰੀ ਪਵਾ ਸਕਦੇ ਹਨ ਤੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਿਉਂ ਕਰੀ। ਕਹਿੰਦੇ ਜੀ ਅਸੀਂ ਤਾਂ ਜਿਹੜਾ ਮੀਂਹ ਪਵਾ ਦੇ ਅਸੀਂ ਤੇ ਸਾਡਾ ਤੇ ਜੀਵਨ ਇਹਦੇ ਵਿੱਚ, ਅਸੀਂ ਤੇ ਉਸੇ ਨਾਲ ਹੈ, ਅਸੀਂ ਕਿਸੇ ਦੇ ਸਕੇ ਨਹੀਂ। ਖੈਰੇ ਜੱਟਾਂ ਨੇ ਜਦੋਂ ਕਿਹਾ ਤੇ ਫਿਰ ਸੋ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਸੀ, ਕਹਿੰਦੇ ਚੰਗਾ ਫਿਰ ਦੇਖ ਲਓ ਹੁਣੇ ਮੀਂਹ ਆ ਜਾਊਗਾ। ਕਹਿੰਦੇ ਨੇ ਇਸ ਜਿਹੜਾ ਜੋਗੀ ਹੈ ਨਾ ਗੁਰੂ ਘਰ ਦਾ ਨਿੰਦਕ, ਇਸ ਨੂੰ ਦਰਵਾਜ਼ੇ ਤੋਂ ਬਾਹਰ ਕੱਢੋਗੇ ਤੇ ਬੱਦਲ ਆ ਜਾਣਗੇ, ਤੋ ਪਿੰਡ ਤੋਂ ਬਾਹਰ ਜਦੋਂ ਕੱਢੋਗੇ ਤੇ ਬਾਰਿਸ਼ ਸ਼ੁਰੂ ਹੋ ਜਾਊ। ਜਿਸ ਖੇਤ ਵਿੱਚ ਲੈ ਜਾਓਗੇ ਉਹਦੇ ਵਿੱਚ ਮੀਂਹ ਪੈ ਜਾਊ ਤੇ ਥੋੜਾ ਚਿਰ ਰਹਿੰਦਾ ਸੂਰਜ ਛਿਪਣ ਵਿੱਚ। ਸੂਰਜ ਛਿਪਣ ਤੋਂ ਪਹਿਲਾਂ ਮੀਂਹ ਪਊਗਾ ਤੇ ਯਤਨ ਕਰਕੇ ਵੇਖ ਲਓ। ਤੋ ਗਏ ਜੱਟ ਜਾ ਕਰਕੇ ਜਿਸ ਵੇਲੇ ਇਸ ਨੂੰ ਕਹਿਣ ਲੱਗੇ ਮੀਂਹ ਇਹ ਲੱਗੋਂ, ਸੋ ਗਰਮ ਜਿਹਾ ਹੋਇਆ ਤੇ ਉਹਨਾਂ ਨੇ ਫੜ ਕਰਕੇ ਬਾਹਰ ਕੱਢਿਆ। ਜਿਸ ਵੇਲੇ ਤੇ ਬੱਦਲ ਆ ਗਏ, ਕਹਿੰਦੇ ਲੈ ਵੀ ਸਿੱਖ ਦੇ ਬਚਨ ਤਾਂ ਸੱਚ ਨੇ।
ਤੋ ਜੋ ਖੇਤ 'ਚ ਲੈ ਗਏ ਤੇ ਮੀਂਹ ਪੈਣ ਲੱਗ ਪਿਆ, ਜਿਹੜੇ ਖੇਤ 'ਚ ਜਾਣ ਉੱਥੇ ਮੀਂਹ। ਫਿਰ ਖਿੱਚੋ ਧੂਈ ਦੇ ਵਿੱਚ ਹੀ ਕਹਿੰਦੇ ਫਿਰ ਇਹਦੇ ਅੰਗ ਉਂਗ ਵੀ ਤੋੜ ਤਾੜ ਕਰਕੇ ਜਿੱਥੇ ਜਿੱਥੇ ਲੈ ਗਿਆ ਕੋਈ ਸਾਰੇ, ਬਾਰਿਸ਼ ਬਹੁਤ ਹੋਈ, ਬਹੁਤ ਦੁਨੀਆ ਖੁਸ਼ ਹੋਈ। ਸਵੇਰ ਨੂੰ ਇਕੱਠੇ ਹੋ ਕਰਕੇ ਜਾ ਕੇ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਗੁਰੂ ਸਾਹਿਬ ਨੂੰ ਵਾਪਸ ਲਿਆਂਦਾ ਸੀ। ਤਾਂ ਉਹਦਾ ਵੇਰਵਾ ਦੇ ਰਹੇ ਹਨ ਕਿ ਉਸ ਜੋਗੀ ਦਾ ਮਿੱਤਰ ਸੀ ਇਹ ਜੋਗੀ, ਤੇ ਉਹੀ ਇਹਦੀ ਸੋਚ ਸੀ। ਤੋ ਗੁਰੂ ਅਮਰਦਾਸ ਮਹਾਰਾਜ ਨਾਲ ਈਰਖਾ ਕਰਦਾ ਸੀ ਇਹ। ਤਾਂ ਕੀ ਕਥਾ ਪ੍ਰਸਿੱਧ ਸੋ ਪਾਛੈ, ਤੋ ਉਹ ਤਾਂ ਪਿੱਛੇ ਕਹਿੰਦੇ ਕਥਾ ਪ੍ਰਸਿੱਧ ਹੋ ਗਈ ਆ ਉਸ ਦੀ, ਉਸ ਜੋਗੀ ਦੀ। ਤਾਂ ਵਰਣਨ ਭਈ ਪ੍ਰਕਾਸ਼ ਸੋ ਆਛੈ, ਭਲੀ ਪ੍ਰਕਾਰ ਉਹਨੂੰ ਵਰਣਨ ਕੀਤਾ, ਪ੍ਰਗਟ ਹੋ ਗਈ ਹੈ। ਦੀਨ ਦਇਆਲ ਗੁਰ ਅੰਗਦ ਕੇਰੀ, ਧੰਨ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਗਰੀਬਾਂ ਤੇ ਦਇਆ ਕਰਨ ਵਾਲੇ ਸਤਿਗੁਰੂ। ਕਰੀ ਅਵਗਿਆ ਦੁਸ਼ਟ ਕਨੇਰੀ, ਇਸ ਦੁਸ਼ਟ ਨੇ ਬੜੀ ਭਾਰੀ ਅਵਗਿਆ ਨਰਾਦਰੀ ਕੀਤੀ ਸੀ ਮਹਾਰਾਜ ਦੀ। ਸੋ ਗੁਰ ਅਮਰ ਸਹਾਰ ਨਾ ਸਕੇ, ਸਾਹਿਬ ਅਮਰਦਾਸ ਮਹਾਰਾਜ ਦੀ ਗੁਰੂ ਦੀ ਬੇਅਦਬੀ ਨੂੰ ਜਦੋਂ ਨਾ ਸਹਾਰ ਸਕੇ ਤਾਂ ਪੁਨ ਇਹ ਤਪਾ ਨਿੰਦ ਗੁਰ ਬਕੇ, ਤਾਂ ਫਿਰ ਇਹ ਵੀ ਤਪਾ ਉਸੇ ਤਰ੍ਹਾਂ ਨਿੰਦਿਆ ਕਰਦਾ ਗੁਰੂ ਸਾਹਿਬ ਦੀ। ਸ੍ਰੀ ਸਤਿਗੁਰੂ ਨਾਮ ਰਸ ਮਾਤੇ, ਸਤਿਗੁਰੂ ਜੀ ਤੇ ਨਾਮ ਰਸ ਵਿੱਚ ਮਸਤ ਰਹਿੰਦੇ ਹਰ ਵੇਲੇ। ਅਜਰ ਜਰੇ ਰਹੇ ਸੁਖ ਦਾਤੇ, ਤੇ ਮੇਰੇ ਸਤਿਗੁਰੂ ਜੀ ਸੁੱਖਾਂ ਦੇ ਦਾਤੇ, ਸੁੱਖ ਬਖਸ਼ਦੇ ਹਨ, ਅਜਰ ਨੂੰ ਜਰ ਲੈਂਦੇ ਹਨ। ਕੁਛਕ ਕਾਲ ਇਮ ਭਇਓ ਬਤੀਤ, ਜਦੋਂ ਕੁਝ ਕੁ ਸਮਾਂ ਇਸੇ ਤਰ੍ਹਾਂ ਹੀ ਗੁਜ਼ਰਿਆ ਹੈ ਤਾਂ ਖੇਲ ਰਚਿਓ ਸਤਿਗੁਰ ਇਸ ਰੀਤ, ਮੇਰੇ ਸਤਿਗੁਰੂ ਜੀ ਨੇ ਇਸ ਤਰੀਕੇ ਦੇ ਨਾਲ ਇਹ ਕੌਤਕ ਰਚਿਆ ਹੈ। ਸ੍ਰੀ ਬਾਵਲੀ ਭਈ ਤਿਆਰ, ਸ੍ਰੀ ਬੌਲੀ ਸਾਹਿਬ ਜਦੋਂ ਇਹ ਪਵਿੱਤਰ ਤਿਆਰੀ ਹੋ ਗਈ ਸਾਰੀ ਤਾਂ ਜਠ ਆਰੰਭੀ ਗੁਰ ਕਰਤਾਰ, ਕਰਤਾਰ ਰੂਪ ਗੁਰੂ ਅਮਰਦਾਸ ਨੇ ਇਸ ਦੀ ਚੱਟ ਸ਼ੁਰੂ ਕੀਤੀ ਹੈ ਮਹੂਰਤ ਕਰਨ ਵਾਸਤੇ। ਵਿਪਰ ਆਦ ਜੋ ਥੇ ਅਧਿਕਾਰੀ, ਜਿਹੜੇ ਇਸ ਪ੍ਰਕਾਰ ਬ੍ਰਾਹਮਣ ਆਦਿਕ ਅਧਿਕਾਰੀ ਸਮਝਦੇ ਸਨ। ਸੰਤ ਮਹੰਤ ਜਤੀ ਘਰ ਬਾਰੀ, ਜਤੀ ਸਤੀ ਲੋਕ, ਸੰਤ ਮਹਾਤਮਾ ਲੋਕ, ਜਿਹੜੇ ਵਿੱਚ ਭਲੇ ਲੋਕ ਸਨ ਸਭ। ਤਿਨਹਿ ਨਿਮੰਤਿਓ ਭੋਜਨ ਹੇਤ, ਤੋ ਮਹਾਰਾਜ ਨੇ ਲੰਗਰ ਛਕਾਉਣ ਵਾਸਤੇ ਨਿਉਂਦੇ ਦਿੱਤੇ ਸਭ ਦੇ ਤਾਈਂ। ਸਭ ਨੇ ਮਾਨਿਓ ਸਹਿਤ ਸੁਹੇਤ, ਤੋ ਸਾਰੇ ਬੜੇ ਹਿੱਤ ਕਰਕੇ ਸਭਨਾਂ ਨੇ ਸੋ ਨਿਉਂਦਾ ਮੰਨ ਲਿਆ ਹੈ। ਤਪੇ ਨਿਮੰਤਨ ਮਾਨਿਓ ਨਾਹੀ, ਜਦੋਂ ਇਸ ਤਪੇ ਨੂੰ ਜਾ ਕਰਕੇ ਨਿਉਂਦਾ ਗੁਰਸਿੱਖਾਂ ਨੇ ਦਿੱਤਾ ਹੈ, ਇਹਨੇ ਮੰਨਿਆ ਨਹੀਂ ਹੈ। ਤਪਤ ਰਹਿਓ ਮਤ ਸਰ ਕੇ ਮਾਹੀ, ਈਰਖਾ ਦੇ ਵਿੱਚ ਇਹ ਸੜਦਾ ਰਹਿੰਦਾ ਸੀ। ਦੋਏ ਤ੍ਰੈ ਬਾਰ ਸੋ ਮਾਨੁਖ ਫਿਰੇ, ਤੋ 2-3 ਵਾਰੀ ਬੰਦੇ ਜਗਾਏ ਅਧੀਨਗੀ ਸਹਿਤ ਇਹਨੂੰ ਮਨਾਉਣ ਵਾਸਤੇ ਕਿ ਤਪਾ ਜੀ ਤੁਸੀਂ ਗੁਰੂ ਸਾਹਿਬ ਦੇ ਲੰਗਰ ਵਿੱਚ ਜਾ ਕੇ ਲੰਗਰ ਛਕੋ, ਪਰ ਇਹ ਮੰਨਿਆ ਨਹੀਂ ਹੈ। ਦੁਸ਼ਟ ਨਾ ਮਾਨੀ ਮਾਇਆ ਘਿਰੇ, ਇਹ ਮਾਇਆ ਵਿੱਚ ਘਿਰਿਆ ਹੋਇਆ ਸੀ, ਇਸ ਦੁਸ਼ਟ ਨੇ ਮੰਨੀ ਨਹੀਂ ਗੱਲ। ਸ੍ਰੀ ਸਤਿਗੁਰੂ ਧਰਮ ਕੇ ਪਾਲਕ, ਮੇਰੇ ਧੰਨ ਸਤਿਗੁਰੂ ਪਾਤਸ਼ਾਹ ਧਰਮ ਦੀ ਪਾਲਣਾ ਕਰਨ ਵਾਲੇ ਹਨ, ਜੋ ਦੰਭ ਮੋਹ ਮਦ ਮਤ ਸਰ ਘਾਲਕ, ਜੋ ਇਸ ਪ੍ਰਕਾਰ ਪਖੰਡ ਵਾਲੇ ਤੇ ਈਰਖਾ ਕਰਨ ਵਾਲੇ ਹਨ। ਤਾਂ ਕਿ ਦੰਭ ਖੰਡਨੇ ਕਾਰਨ, ਉਹਨਾਂ ਦੇ ਪਖੰਡਾਂ ਨੂੰ ਖੰਡਨ ਕਰਨ ਵਾਸਤੇ ਸਤਿਗੁਰਾਂ ਨੇ ਸ੍ਰੀ ਮੁਖ ਤੇ ਇਮ ਕੀਓ ਉਚਾਰਨ, ਸੁਭਾਏ ਮਨ ਮੁਖ ਤੋਂ ਇਉਂ ਉਚਾਰਨ ਕੀਤਾ। ਜੇ ਕੋ ਗੁਰੂ ਘਰ ਭੋਜਨ ਖਾ ਹੈ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਪਖੰਡ ਨੰਗਾ ਕਰਨਾ ਸੀ। ਫਿਰ ਮੇਰੇ ਸਾਧੂ ਨੇ ਹੁਕਮ ਕੀਤਾ ਵੀ ਜਿਹੜਾ ਵੀ ਗੁਰੂ ਦੇ ਲੰਗਰ ਵਿੱਚੋਂ ਆ ਕੇ ਲੰਗਰ ਛਕੇਗਾ, 1 ਰੁਪਈਆ ਦਸ਼ਨ ਪਾਹੈ, ਤੇ ਅਸੀਂ ਦਛਣਾ ਵੀ ਦਵਾਂਗੇ। 1-1 ਰੁਪਈਆ, ਉਸ ਵੇਲੇ ਰੁਪਈਆ ਦੀ ਬਹੁਤ ਕੀਮਤ ਸੀ, ਚਾਂਦੀ ਦੇ ਰੁਪਈਏ ਹੁੰਦੇ ਸੀ, ਅੱਜ ਦੇਖ ਲਓ ਕਿੰਨੀ ਕੀਮਤ ਹੈ। ਕਹਿੰਦੇ 1-1 ਰੁਪਈਆ ਅਸੀਂ ਉਹਨਾਂ ਨੂੰ ਦਵਾਂਗੇ ਦਛਣਾ। ਤਉ ਪਈ ਤਪਾ ਸੋ ਆਇਓ ਨਾਹੀ, ਤੇ ਫਿਰ ਵੀ ਸੋ ਤਪਾ ਆਇਆ ਨਹੀਂ ਹੈ ਲੰਗਰ ਛਕਣ ਵਾਸਤੇ। ਪੁਨ ਗੁਰ ਬਚਨ ਕੀਓ ਸਭ ਮਾਹੀ, ਫਿਰ ਸਤਿਗੁਰਾਂ ਨੇ ਸਾਰਿਆਂ ਵਿੱਚ ਇਹ ਬਚਨ ਕੀਤਾ, ਭੋਜਨ ਜੀਵਨ ਕੋ ਜੋ ਆਵਹਿ, ਭਾਈ ਜਿਹੜਾ ਵੀ ਭੋਜਨ ਛਕਣ ਵਾਸਤੇ ਆਵੇਗਾ 2 ਰੁਪਈਏ ਦਸ਼ਨਾ ਪਾਵਹਿ, ਭਾਈ 2-2 ਰੁਪਈਏ ਦਸ਼ਨਾ ਦੇਾਂਗੇ ਉਹਨਾਂ ਦੇ ਤਾਈਂ। ਜਾਂ ਪਰ ਪੀ ਜਬ ਤਪਾ ਨਾ ਆਇਓ, ਫਿਰ ਵੀ ਇਹ ਪਖੰਡੀ ਤਪਾ ਨਹੀਂ ਆਇਆ ਲਾਲਚੀ ਜਦੋਂ, ਤਬ ਸਤਿਗੁਰ ਇਹ ਭਾਂਤ ਅਲਾਇਓ, ਫਿਰ ਸਤਿਗੁਰਾਂ ਨੇ ਇਉਂ ਹੁਕਮ ਕਰ ਦਿੱਤਾ, 5 ਮੁੰਦਰ ਕਾ ਪਾਵੇ ਸੋਈ, ਇਹ 5 ਰੁਪਈਏ ਮਿਲਣਗੇ ਜਿਹੜਾ ਹੁਣ ਆਊਗਾ ਭੋਜਨ। ਜਦੋਂ ਪੰਗਤ ਲੱਗਦੀ ਉੱਠ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਭਾਈ ਜਿਹੜੀ ਹੁਣ ਪੰਗਤ ਲੱਗੂਗੀ ਉਹਨੂੰ 1 ਰੁਪਈਆ, ਅਗਲੀ ਪੰਗਤ ਨੂੰ ਭਾਈ ਹੁਣ ਦੋ। ਫਿਰ ਕਹਿੰਦੇ 5 ਰੁਪਈਏ ਤੱਕ। ਮਹਾਰਾਜ ਨੇ ਬਚਨ ਕਰਤਾ, ਜਦੋਂ ਭੋਜਨ ਕਹਿਤ ਆਵੇ ਜੋਈ, ਜਿਹੜਾ ਵੀ ਗੁਰੂ ਦੇ ਲੰਗਰ 'ਚ ਬੈਠ ਕੇ ਭੋਜਨ ਛਕੂਗਾ, ਤਪਾ ਨਾ ਆਇਓ ਪਰ ਲਲਚਾਇਓ, ਤੋ ਕਹਿੰਦੇ ਤਪਾ ਆਇਆ ਨਹੀਂ, ਪਰ ਜਿਸਲੇ ਪਤਾ ਲੱਗਾ 5-5 ਰੁਪਈਏ ਮਿਲਦੇ ਨੇ, ਤੇ ਘਰ ਵਾਲੀ ਨੇ ਕਿਹਾ ਵੀ ਦੇਖ ਤੂੰ ਐਵੇਂ ਅੜੀ ਕਰੀ ਬੈਠਾ ਹੈ, ਆਪਾਂ ਤਿੰਨੇ ਜਾਂਦੇ 5-5 ਰੁਪਈਏ ਮਿਲ ਜਾਣੇ ਸੀ, ਤੇ ਤੂੰ ਮਹਾਰਾਜ ਦਾ ਬਚਨ ਹੀ ਨਹੀਂ ਮੰਨਿਆ।
ਹੁਣ ਇਹਦੇ ਮਨ 'ਚ ਲੋਭ ਪੈਦਾ ਹੋ ਗਿਆ। ਪੁੰਨ ਗੁਰ ਦਾਸ ਕਾ ਲੋਭ ਦਿਖਾਇਓ। ਜਦੋਂ ਮਹਾਰਾਜ ਨੇ ਕਿਹਾ ਲਾ ਵੀ ਹੁਣ ਜਿਹੜੀ ਹੁਣ ਪੰਗਤ ਲੱਗੂਗੀ ਉਹਨੂੰ 10-10 ਰੁਪਈਏ ਨਾਲ ਦਛਣਾ ਦੇਵਾਂਗੇ ਭੋਜਨ ਤੋਂ ਬਾਅਦ। ਓੜਕ ਜਬ ਗੁਰ ਮੋਹਰ ਸੋ ਕਹੀ। ਜਦੋਂ ਉਹ ਅਖੀਰ ਨੂੰ ਮਹਾਰਾਜ ਨੇ ਕਿਹਾ ਵੀ ਚੰਗਾ ਹੁਣ ਸੋਨੇ ਦੀਆਂ ਮੋਹਰਾਂ ਦੇਵਾਂਗੇ, ਇਉਂ ਮਹਾਰਾਜ ਨੇ ਜਦੋਂ ਵਚਨ ਕਰ ਦਿੱਤਾ, ਤਬਹਿ ਤਪੇ ਕੀ ਬੁੱਧ ਸੋ ਬਹੀ। ਤਦੋਂ ਕਹਿੰਦੇ ਤਪੇ ਦੀ ਬੁੱਧੀ ਜਿਹੜੀ ਸੀ ਲੋਭ ਚ ਰੁੜ ਗਈ। ਕਹਿੰਦੇ ਵੀ ਆ ਹੁਣ ਕਹਿੰਦੇ ਮੌਕਾ ਜਾਣਦਾ ਹੈ। ਵਿਆਕੁਲ ਭਇਓ ਬਹੁਤ ਲਲਚਾਇਓ। ਬੜਾ ਵਿਆਕੁਲ ਹੋਇਆ, ਘਬਰਾਇਆ, ਸੋ ਬੜਾ ਲਾਲਚ ਮਨ ਚ ਪੈਦਾ ਹੋਇਆ। ਸੁਤ ਭੇਜਨ ਕੋ ਬਿਉਂਤ ਬਨਾਇਓ। ਇਹਨੇ ਸੋਚਿਆ ਵੀ ਮੈਂ ਤੇ ਹੁਣ ਜਾ ਨਹੀਂ ਸਕਦਾ, ਕਿਉਂਕਿ ਬੇਮੁਖ ਹੋਇਆ ਹਾਂ ਤੇ ਇਸ ਪ੍ਰਕਾਰ ਹੁਣ ਸਿੱਧੇ ਮੂੰਹ ਜਾ ਨਹੀਂ ਸਕਦਾ। ਇਹਨੇ ਸੋਚਿਆ ਵੀ ਚਲੋ ਆਪਣੇ ਮੈਂ ਪੁੱਤ ਨੂੰ ਭੇਜ ਦਿੰਦਾ ਹਾਂ। ਦੁਆਰੇ ਦਵਾਰ ਪ੍ਰਵੇਸ਼ ਨਾ ਪਾਇਓ। ਤੇ ਇਸ ਪ੍ਰਕਾਰ ਜਿਹਦੇ ਤੱਕਿਆ ਜਾ ਕਰਕੇ ਤੇ ਮੇਰੇ ਸਤਿਗੁਰ ਦੇ ਚਰਨਾਂ ਸੰਗਤਾਂ ਹੀ ਦੇਸ਼ ਵਿਦੇਸ਼ ਦੀਆਂ ਇੰਨੀਆਂ ਨੇ ਕਿ ਦਰਵਾਜ਼ੇ ਦੇ ਰਸਤੇ ਤੇ ਬੱਚਾ ਅੰਦਰ ਜਾ ਨਾ ਸਕਿਆ। ਪਕੜ ਭੀਤ ਪਰ ਪੂਤ ਚੜਾਇਓ। ਇਸ ਨੇ ਕੀ ਕੀਤਾ, ਇੱਕ ਬਾਹੀ ਦੀ ਕੰਧ ਛੋਟੀ ਸੀ ਗੁਰੂ ਦੇ ਲੰਗਰ ਦੀ, ਇਸ ਨੇ ਬੱਚੇ ਨੂੰ ਫੜ ਕਰਕੇ ਉਸ ਕੰਧ ਤੋਂ ਚੜਾਇਆ ਵੀ ਕੰਧ ਤੋਂ ਟੱਪ ਕਰਕੇ ਅੰਦਰ ਜਾ ਕੇ ਲੰਗਰ ਛਕੋ, 10 ਰੁਪਏ ਲਿਆਊਗਾ, ਮੋਹਰ ਲਿਆਊਗਾ। ਸੋ ਗਿਰ ਪਰਿਓ ਭੀਤ ਤੇ ਤਰੇ। ਤੇ ਜਿਸ ਵੇਲੇ ਅਗਲੇ ਪਾਸੇ ਬੱਚਾ ਛੋਟਾ ਸੀ, ਅੱਗੇ ਡਿੱਗਿਆ ਧਰਤੀ ਤੋਂ, ਜਿਸ ਵੇਲੇ ਧਰਤੀ ਤੇ ਡਿੱਗਿਆ ਕੰਧ ਤੋਂ ਤਾਂ ਟੂਟੀ ਟਾਂਗ ਰੁਦਨ ਬਹੁ ਕਰੇ। ਤੋ ਵਿਚਾਰੇ ਲੱਤ ਟੁੱਟ ਗਈ ਤੇ ਚੀਕਾਂ ਮਾਰੇ। ਬੱਚਾ ਸੀ, ਸਾਰੀ ਸੰਗਤ ਦੇਖੇ ਵੀ ਆਹ ਦੇਖ ਲੋ ਤਪੇ ਦੀ ਕਰਤੂਤ, ਦੱਸੋ ਕੀ ਕਰਦਾ। ਇਉਂ ਕਹਿੰਦੇ ਉਸ ਬਾਲਕ ਨੂੰ ਬੜਾ ਦੁੱਖ ਹੋਇਆ। ਨੀਚ ਊਚ ਮੈਂ ਉਗਰਿਓ ਪਾਜ। ਤੋ ਕਹਿੰਦੇ ਛੋਟੇ ਵੱਡੇ ਸਾਰਿਆਂ ਵਿੱਚ ਇਸ ਤਪੇ ਦਾ ਪਖੰਡ ਉਗੜ ਗਿਆ। ਇੱਕ ਐਸਾ ਪਖੰਡੀ ਹੈ। ਲੋਭ ਤਪੇ ਕੋ ਦੀਨੀ ਲਾਜ। ਇਸ ਪ੍ਰਕਾਰ ਕਹਿੰਦੇ ਦੇਖ ਲੋਭ ਨੇ ਕਹਿੰਦੇ ਕਿੰਨੀ ਸ਼ਰਮਿੰਦਗੀ ਦਿੱਤੀ ਹੈ। ਐਸਾ ਲੋਭੀ ਲਾਲਚੀ ਹੈ। ਉਦਾਂ ਗੁਰੂ ਸਾਹਿਬ ਦੇ ਕਹਿੰਦੇ ਇਉਂ ਉਲਟ ਬੋਲਦਾ ਸੀ ਤੇ ਹੁਣ ਦੇਖ ਲੋ ਕਹਿੰਦੇ ਨੇ ਵੀ ਕੀ ਕਰਤੂਤ ਕੀਤੀ ਹੈ। ਸਤਿਗੁਰ ਸੁਨ ਮੁਸਕਾਵਤ ਭਏ। ਸਤਿਗੁਰੂ ਪਾਤਸ਼ਾਹ ਜੀ ਇਹ ਗੱਲ ਸੁਣ ਕਰਕੇ ਮੁਸਕਰਾਏ, ਹੱਸੇ ਹਨ। ਦੁਸ਼ਟਨ ਕੇ ਇਮ ਹੀ ਘਰ ਗਏ। ਤੇ ਕਹਿੰਦੇ ਵੀ ਇਉਂ ਹੀ ਦੁਸ਼ਟਾਂ ਦੇ ਘਰ ਨਾਸ ਹੋਇਆ ਕਰਦੇ ਹਨ। ਤਿਸ ਅਵਸਰ ਗੁਰ ਅੰਤਰਜਾਮੀ। ਉਸ ਸਮੇਂ ਅੰਤਰਜਾਮੀ ਮੇਰੇ ਸਤਿਗੁਰੂ ਅਮਰਦਾਸ ਮਹਾਰਾਜ ਨੇ, ਸ੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ। ਮੇਰੇ ਗੁਰੂ ਰਾਮਦਾਸ ਸੁਆਮੀ ਸਤਿਗੁਰੂ ਪਾਤਸ਼ਾਹ ਜੀ ਲੰਗਰ ਉਸ ਵੇਲੇ ਵਰਤਾਉਂਦੇ, ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਸਨ। ਭੋਜਨ ਸਭਨ ਕਰਾਵਤ ਖਰੇ। ਤੋ ਖੜੇ ਹੋ ਕੇ ਸਭ ਦੇ ਤਾਈ ਭੋਜਨ ਛਕਾ ਰਹੇ ਸਨ। ਸੁਨਤ ਬਿਰਤਾਂਤ ਬਚਨ ਸੋ ਕਰੇ। ਇਸ ਪ੍ਰਕਾਰ ਪ੍ਰਸੰਗ ਸਾਰਾ ਸੁਣਿਆ। ਇਹ ਜਿਹੜਾ ਸੀ ਤਾਂ ਬਚਨ ਕੀਤਾ, ਗੌੜੀ ਰਾਗ ਵਾਰ ਕੇ ਭੀਤਰ। ਮੇਰੇ ਸਤਿਗੁਰੂ ਰਾਮਦਾਸ ਜੀ ਨੇ ਗੌੜੀ ਦੀ ਵਾਰ ਦੇ ਵਿੱਚ ਫਿਰ ਇਹ ਜਿਹੜਾ ਪ੍ਰਸੰਗ ਗੁਜ਼ਰਿਆ ਨਾ, ਇਹਦਾ ਮਹਾਰਾਜ ਨੇ ਹਵਾਲਾ ਦਿੱਤਾ, ਆਪ ਉਚਾਰਨ ਕੀਤਾ ਇਸ ਪ੍ਰਥਾਏ। ਭਨਿਓ ਸਲੋਕ ਸੋ ਸੁਨੋ ਸਿੱਖ ਬਰ। ਕਹਿੰਦੇ ਸ੍ਰੇਸ਼ਟ ਸਿੱਖੋ ਸੁਣੋ, ਗੁਰੂ ਰਾਮਦਾਸ ਨੇ ਆਪਣਾ ਸ਼ਲੋਕ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਤਿਗੁਰ ਕੋ ਪ੍ਰਤਾਪ ਦਿਖਰਾਇਓ। ਜਿਹਦੇ ਵਿੱਚ ਬਚਨ ਦੇ ਵਿੱਚ ਸਤਿਗੁਰੂ ਦਾ ਪ੍ਰਤਾਪ ਡਾਢਾ ਕਰਕੇ ਪ੍ਰਗਟ ਕੀਤਾ ਗੁਰੂ ਰਾਮਦਾਸ ਮਹਾਰਾਜ ਨੇ। ਨਿੰਦਾ ਦੋਖ ਅਦਕ ਪ੍ਰਗਟਾਇਓ। ਇਹ ਨਿੰਦਾ ਦਾ ਦੋਸ਼ ਜਿਹੜਾ ਹੈ ਬਹੁਤ ਵੱਡਾ ਪ੍ਰਗਟ ਕੀਤਾ ਹੈ ਕਿ ਗੁਰਸਿੱਖ ਬਚੇ ਰਹਿਣ ਇਸ ਤੋਂ। ਸ਼ਲੋਕ ਮਹੱਲਾ ਚੌਥਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਹ ਬੌਲੀ ਸਾਹਿਬ ਦੀ ਚੱਠ ਕਰਨੀ ਹੈ। ਗੁਰੂ ਸਾਹਿਬ ਨੇ ਸੰਗਤਾਂ ਨੂੰ ਆਪਣਾ ਬੁਲਾ ਕਰਕੇ ਸੋ ਭਾਰੀ ਲੰਗਰ ਕੀਤਾ ਹੈ। ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸੀ ਕਿ ਗਰੀਬ ਨਵਾਜ ਸੋ ਗੁਰਸਿੱਖ ਸੰਗਤਾਂ ਆਉਂਦੀਆਂ ਤੁਹਾਡੇ ਦਰਸ਼ਨ ਕਰਦੀਆਂ ਦੇਸ਼ਾਂ ਵਿਦੇਸ਼ਾਂ ਤੋਂ, ਗੁਰਸਿੱਖ ਤੁਹਾਡਾ ਦਰਸ਼ਨ ਕਰ ਲੈਂਦੇ ਨੇ, ਪਰ ਗੁਰਸਿੱਖਾਂ ਨੂੰ ਗੁਰਸਿੱਖਾਂ ਦੇ ਦਰਸ਼ਨ ਨਹੀਂ ਹੁੰਦੇ। ਕੋਈ ਇਹੋ ਜਿਹਾ ਮਹਾਰਾਜ ਸਾਨੂੰ ਪ੍ਰੋਗਰਾਮ ਦਿਓ ਜਿਹਦੇ ਨਾਲ ਕਿ ਅਸੀਂ ਗੁਰਸਿੱਖ ਸੰਗਤਾਂ ਇੱਕ ਦੂਸਰੇ ਨਾਲ ਮਿਲ ਕਰਕੇ ਸੋ ਗੁਰਮਤਿ ਦੀਆਂ ਵਿਚਾਰਾਂ, ਇੱਕ ਦੂਸਰੇ ਦੀ ਚੜ੍ਹਦੀ ਕਲਾ ਨੂੰ ਵੇਖੀਏ ਮਹਾਰਾਜ, ਤੇ ਇਉਂ ਸਾਡਾ ਸੰਗਤ ਦਾ ਪਿਆਰ ਆਪਸ ਵਿੱਚ ਬਣੇ। ਤੇ ਗੁਰੂ ਸਾਹਿਬ ਨੇ ਇਹ ਸੋ ਜੋੜ ਮਿਲਣਾ ਸ਼ੁਰੂ ਕੀਤਾ ਹੈ। ਇਸ ਪ੍ਰਕਾਰ ਬੌਲੀ ਸਾਹਿਬ ਦੀ ਚੱਠ ਸਮੇਂ ਤੋ ਇਸ ਤਰੀਕੇ ਦੇ ਨਾਲ ਜਦੋਂ ਮੇਰੇ ਸ਼ਹਿਨਸ਼ਾਹ ਪਿਤਾ ਨੇ ਬਖਸ਼ਿਸ਼ ਕੀਤੀ ਹੈ ਤਾਂ ਉਸ ਵੇਲੇ ਇਹ ਤਪੇ ਦਾ ਲੋਭ ਜਦੋਂ ਪ੍ਰਗਟ ਹੋਇਆ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਸਾਰਾ ਹੀ ਚਸ਼ਮਦੀਦ ਸੀ। ਇਹ ਫਿਰ ਰਾਮਦਾਸ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸ਼ਲੋਕ ਉਚਾਰਨ ਕੀਤਾ ਹੈ। ਸ਼ਲੋਕ ਮਹੱਲਾ ਚੌਥਾ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਹਨ। ਤਪਾ ਨਾ ਹੋਵੇ ਅੰਦਰੋਂ ਲੋਭੀ। ਕਹਿੰਦੇ ਨੇ ਇਹ ਲੋਕਾਂ ਵਿੱਚ ਕਹਿੰਦਾ ਮੈਂ ਤਪਸਵੀ ਹਾਂ, ਤਪਾ ਹਾਂ। ਸੋ ਆਮ ਭਜਨੀਕ ਬ੍ਰਖਤ ਲੋਕਾਂ ਨੂੰ ਤਪਾ ਹੀ ਕਿਹਾ ਕਰਦੇ। ਕਹਿੰਦੇ ਇਹ ਤਪਾ ਨਹੀਂ, ਅੰਦਰੋਂ ਲੋਭ ਲਾਲਚ, ਇਹਦੇ ਅੰਦਰ ਲੋਭ ਲਾਲਚ ਵਸਦਾ ਹੈ। ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਇਹ ਮਾਇਆ ਦਾ ਪੁਜਾਰੀ ਹੈ।
ਮਾਇਆ ਦਾ ਦਬਾਇਆ ਹੋਇਆ, ਕਹਿੰਦੇ ਹਰ ਵੇਲੇ ਕਹਿੰਦੇ ਮਾਇਆ ਦੇ ਮਗਰ ਤੁਰਿਆ ਰਹਿੰਦਾ ਹੈ। ਅੱਗੋਂ ਦੇ ਸੱਦਿਆ ਤਪ ਸਤੈ ਦੀ ਭਿਖਿਆ ਲਏ ਨਾਹੀ। ਪਹਿਲਾਂ ਇਸ ਨੂੰ ਜਿੱਦਾਂ ਨਿਉਂਦਾ ਦਿੱਤਾ ਸੀ, ਸੱਦਾ ਦਿੱਤਾ ਸੀ, ਤੇ ਬੁਲਾਇਆ ਹੋਇਆ ਆਇਆ ਨਹੀਂ ਸੰਗਤ ਵਿੱਚ। ਪਿੱਛੋਂ ਦੇ ਪੁਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਤੇ ਮਗਰੋਂ ਮਾਇਆ ਦੇ ਲਾਲਚ ਵਿੱਚ ਆ ਕਰਕੇ ਤੇ ਲਿਆ ਕਰਕੇ ਆਪਣੇ ਪੁੱਤਰ ਨੂੰ ਸੋ ਸੰਗਤ ਵਿੱਚ ਪੰਗਤ ਵਿੱਚ ਬਿਠਾ ਦਿੱਤਾ ਇਸ ਨੇ। ਪੰਚ ਲੋਕ ਸਭ ਹੱਸਣ ਲੱਗੇ। ਪੰਜ ਸਿਆਣੇ ਲੋਕ, ਸੰਤ ਲੋਕ, ਮੁਖੀ ਲੋਕ ਜਿਹੜੇ ਸੀ ਨਗਰੀ ਦੇ, ਸਾਰੇ ਇਸ ਗੱਲ ਨੂੰ ਦੇਖ ਕਰਕੇ ਹੱਸਦੇ ਹਨ ਤਪੇ ਦੀ ਇਸ ਉਹੋ ਜਿਹੀ ਕਰਨੀ ਕਰਤੂਤ ਤੇ। ਤਪਾ ਲੋਭ ਲਹਿਰ ਹੈ ਗਾਲਿਆ। ਇਹ ਤਪਾ ਕਹਿੰਦੇ ਨੇ ਲੋਭ ਦੀ ਲਹਿਰ ਵਿੱਚ ਗਲਿਆ ਹੋਇਆ ਜਾਣ ਲਓ, ਸਾਰੇ ਕਹਿੰਦੇ ਹਨ। ਜਿੱਥੈ ਥੋੜਾ ਧਨ ਵੇਖੈ ਤਿਥੈ ਤਪਾ ਭਿਟੈ ਨਾਹੀ। ਜਿੱਥੇ ਥੋੜਾ ਧਨ ਦੇਖਦਾ ਉੱਥੇ ਤਾਂ ਤਪਾ ਜੀ ਮਿਲਦੇ ਨਹੀਂ ਕਿਸੇ ਨੂੰ। ਧਨ ਬਹੁਤੇ ਡਿਠੈ ਤਪੈ ਧਰਮ ਹਾਰਿਆ। ਤੇ ਜਦੋਂ ਬਹੁਤਾ ਧਨ ਦੇਖਿਆ ਤੇ ਲਾਲਚ ਵਿੱਚ ਆ ਕਰਕੇ ਆਪਣਾ ਧਰਮ ਹਾਰ ਬੈਠਾ ਤਪਾ। ਭਾਈ ਇਹੋ ਤਪਾ ਨਾ ਹੋਵੇ ਬਗੁਲਾ ਹੈ। ਕਹਿਣ ਲੱਗੇ ਇਹ ਭਰਾਵੋ ਇਹ ਤਪਾ ਨਹੀਂ, ਇਹ ਤਾਂ ਬਗਲਾ ਹੈ, ਬਗਲਾ। ਸੋ ਇਹ ਪਖੰਡੀ ਹੈ ਸਾਰੇ, ਇਹ ਪੰਚ ਲੋਕ ਕਹਿੰਦੇ ਨਗਰੀ ਦੇ। ਬਹਿ ਸਾਧ ਜਨਾ ਵਿਚਾਰਿਆ। ਤੇ ਬਾਕੀ ਵੀ ਸਾਧੂ ਜਨਾਂ ਨੂੰ ਜਦੋਂ ਪਤਾ ਲੱਗਾ ਤੇ ਉਹਨੇ ਬੈਠ ਕੇ ਵਿਚਾਰ ਕੀਤਾ, ਕਹਿੰਦੇ ਨੇ ਵੀ ਵਾਕਿਆ ਹੀ ਇਹ ਬਗਲੇ ਵਰਗਾ ਪਖੰਡੀ ਹੈ। ਸਤਿਪੁਰਖ ਕੀ ਤਪਾ ਨਿੰਦਾ ਕਰੈ। ਦੇਖੋ ਸੱਚ ਪੁਰਖ, ਸੱਚੇ ਪੁਰਖ ਸਤਿਗੁਰੂ ਅਮਰਦਾਸ ਦੀ ਤੇ ਨਿੰਦਿਆ ਕਰਦਾ ਹੈ। ਸੰਸਾਰੇ ਕੀ ਉਸਤਤ ਵਿੱਚ ਹੋਵੈ। ਤੇ ਬਾਕੀ ਸੰਸਾਰ ਦੇ ਚੇਲੇ ਬਾਲਿਆਂ ਦੀ ਉਸਤਤੀ ਕਰਦਾ ਰਹਿੰਦਾ ਹਰ ਵੇਲੇ। ਏਤ ਦੋਖੈ ਤਪਾ ਦਈਏ ਮਾਰਿਆ। ਦਈਏ ਪ੍ਰੇਰਕ ਪਰਮੇਸ਼ਵਰ ਨੇ ਇਸ ਦੋਸ਼ ਵਿੱਚ ਕਹਿੰਦੇ ਤਪੇ ਨੂੰ ਮਾਰ ਪਾਈ ਹੈ। ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ। ਮਹਾਂਪੁਰਖਾਂ ਦੀ ਸਤਿਗੁਰਾਂ ਦੀ ਨਿੰਦਿਆ ਦਾ ਦੇਖ ਲਓ, ਕਹਿੰਦੇ ਤਪੇ ਨੂੰ ਕੀ ਫਲ ਮਿਲਿਆ ਹੈ ਦੇਖ ਲਓ। ਸਭ ਗਿਆ ਤਪੇ ਕਾ ਘਾਲਿਆ। ਇਹਦਾ ਜਪ ਤਪ ਕੀਤਾ ਹੈ ਜੋ ਘਾਲਣਾ ਸਾਰੀ ਵਿਅਰਥ ਚਲੀ ਗਈ ਹੈ ਗੁਰੂ ਦੀ ਨਿੰਦਿਆ ਕਰਨੇ ਕਰਕੇ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ। ਬਾਹਰ ਪੰਚਾਂ ਲੋਕਾਂ ਵਿੱਚ ਬੈਠ ਕਰਕੇ ਤਪਾ ਕਹਾਉਂਦਾ ਹੈ, ਤਪਸਵੀ ਹੈ। ਅੰਦਰ ਬਹਿ ਤਪਾ ਪਾਪ ਕਮਾਏ। ਪਰ ਅੰਦਰ ਬੈਠ ਕਰਕੇ ਤਪਾ ਪਾਪ ਕਮਾਉਂਦਾ ਹੈ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵਿਖਾਲਿਆ। ਮਾਲਕ ਵਾਹਿਗੁਰੂ ਪਰਮੇਸ਼ਵਰ ਨੇ ਇਸ ਦਾ ਪਾਪ ਸਾਰੇ ਲੋਕਾਂ ਨੂੰ ਪ੍ਰਗਟ ਕਰਕੇ ਲਾਲਚੀ ਲੋਭੀ ਦਾ ਦਿਖਾ ਦਿੱਤਾ ਹੈ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਧਰਮਰਾਜ ਨੇ ਆਪਣੇ ਜਮਦੂਤਾਂ ਦੇ ਤਾਈਂ ਕਹਿੰਦੇ ਹੁਕਮ ਕੀਤਾ ਹੋਇਆ ਹੈ। ਇਸ ਤਪੇ ਨੂੰ ਤਿੱਥੇ ਖੜ ਪਾਏ ਹੋ। ਇਸ ਤਪੇ ਨੂੰ ਉੱਥੇ ਜਾ ਕਰਕੇ ਖੜ ਲਿਜਾ ਕਰਕੇ ਉੱਥੇ ਪਾਇਓ ਤੁਸੀਂ, ਜਿੱਥੇ ਮਹਾ ਹਥਿਆਰਿਆ। ਜਿੱਥੇ ਵੱਡੇ ਵੱਡੇ ਹਥਿਆਰੇ ਲੋਕ ਕੁੰਭੀ ਨਰਕ 'ਚ ਸੁੱਟੇ ਜਾਂਦੇ ਉੱਥੇ ਪਾਓ ਜਾ ਕੇ ਇਸ ਨੂੰ। ਫਿਰ ਇਸ ਤਪੇ ਦੇ ਮੋਹੇ ਕੋਈ ਲੱਗੋ ਨਾਹੀ। ਫਿਰ ਕਿਹਾ ਵੀ ਇਸ ਤਪੇ ਦੇ ਮੂੰਹ ਨਹੀਂ ਲੱਗਣਾ, ਜਮਦੂਤਾਂ ਨੂੰ ਕਹਿੰਦਾ ਤੁਸੀਂ ਵੀ ਇਹਦੇ ਮੱਥੇ ਨਹੀਂ ਲੱਗਣਾ, ਨਰਕ 'ਚ ਸੁੱਟੋ ਇਸ ਨੂੰ। ਇਹੋ ਸਤ ਗੁਰ ਹੈ ਫਿਟਕਾਰਿਆ। ਇਹ ਧੰਨ ਗੁਰੂ ਅਮਰਦਾਸ ਦਾ ਫਿਟਕਾਰਿਆ ਹੋਇਆ, ਇਸ ਵਾਸਤੇ ਕਹਿੰਦੇ ਐਡਾ ਪਾਪੀ ਆ, ਇਹਦੇ ਮੱਥੇ ਲੱਗਿਆ ਵੀ ਪਾਪ ਲੱਗਣਗੇ। ਹਰ ਕੈ ਦਰ ਵਰਤਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਕਮ ਕਰਦੇ ਨੇ, ਹਰ ਕੈ ਦਰ ਵਰਤਿਆ। ਕਹਿੰਦੇ ਇਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਅੱਗੇ ਵਰਤਿਆ, ਸਾਨੂੰ ਤਾਂ ਨਹੀਂ ਪਤਾ ਲੱਗਦਾ। ਮਰ ਕਹਿੰਦੇ ਅਸੀਂ ਦੱਸਦੇ ਹਾਂ, ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਆ ਇਨਸਾਫ ਹੋਇਆ, ਦੇਖ ਲਓ। ਸੋ ਨਾਨਕ ਆਖ ਸੁਨਾਇਆ। ਧੰਨ ਗੁਰੂ ਰਾਮਦਾਸ ਕਹਿੰਦੇ ਅਸੀਂ ਇਹ ਕਹਿ ਕੇ ਸੁਣਾ ਦਿੱਤਾ ਤੁਹਾਨੂੰ ਭਾਈ। ਸੋ ਬੂਝੇ ਜੋ ਦਈਏ ਸਵਾਰਿਆ। ਪਰ ਸਮਝੇਗਾ ਉਹੀ ਜਿਸ ਨੂੰ ਦਈਏ ਵਾਹਿਗੁਰੂ ਪ੍ਰੇਰਕ ਪਰਮੇਸ਼ਵਰ ਨੇ ਸਵਾਰਿਆ ਹੋਇਆ ਹੈ। ਚਉਪਈ ਸਤਿਗੁਰ ਦਇਆਲ ਦਇਆ ਕੇ ਰੂਪ। ਧੰਨ ਮੇਰੇ ਸਤਿਗੁਰੂ ਦਿਆਲੂ ਹਨ, ਦਇਆ ਦਾ ਰੂਪ ਹਨ ਸਤਿਗੁਰੂ ਅਮਰਦਾਸ ਜੀ। ਬੈਠਤ ਪੰਕਤ ਬੀਚ ਅਨੂਪ। ਉਪਮਾ ਤੋਂ ਰਹਿਤ ਮੇਰੇ ਸਤਿਗੁਰੂ ਜੀ ਪੰਗਤ ਵਿੱਚ ਬੈਠਦੇ ਹਨ। ਹਟ ਕਿਉ ਨਾਹੇ ਦਿਓ ਤਿਸ ਭੋਜਨ। ਪਰ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਵੀ ਮਹਾਰਾਜ ਨੇ ਫਿਰ ਇਹਨੂੰ ਤਰਸਕਾਰਿਆ ਨਹੀਂ। ਬੱਚਾ ਜਿਹੜਾ ਇਸਨੇ ਭੇਜਿਆ ਸੀ ਉਸ ਨੂੰ ਪੰਗਤ 'ਚ ਬਿਠਾ ਕਰਕੇ ਭੋਜਨ ਦਿੱਤਾ ਹੈ। ਨਿੰਦਕ ਤਿਰਕਾਰਿਓ ਸਭ ਲੋਗਨ। ਪਰ ਸਾਰੇ ਲੋਕਾਂ ਨੇ ਇਸ ਨਿੰਦਕ ਨੂੰ ਤਿਰਕਾਰਾਂ ਪਾਈਆਂ ਹਨ। ਦੋਹਰਾ ਇਹ ਸਾਖੀ ਜੇ ਕੋ ਸੁਨੈ। ਜਿਹੜਾ ਕੋਈ ਇਸ ਸਾਖੀ ਨੂੰ ਪ੍ਰਸੰਗ ਨੂੰ ਸੁਣੇਗਾ, ਪੜ੍ਹੈ ਕਰਹਿ ਬਖਿਆਨ। ਤੋ ਪੜ੍ਹੇਗਾ ਇਹਦਾ ਵਖਿਆਨ ਕਰੇਗਾ ਪ੍ਰੇਮ ਸਹਿਤ। ਤਿਸ ਕੇ ਨਿੰਦਕ ਨਾਸ ਸਭ। ਉਸ ਦੇ ਸਾਰੇ ਨਿੰਦਕਾਂ ਦਾ ਨਾਸ ਹੋ ਜਾਏਗਾ। ਹੋਵਤ ਜਗ ਮੈਂ ਜਾਨ। ਤੋ ਇਸ ਪ੍ਰਕਾਰ ਜਗਤ ਵਿੱਚ ਉਸ ਦੇ ਨਿੰਦਕਾਂ ਦਾ ਨਾਸ ਉਹ ਜਾਣ ਲਓ। ਸ੍ਰੀ ਸਤਿਗੁਰ ਤਾਰਨ ਤਰਨ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਭਵਜਲ ਤੋਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹਨ। ਬੰਦ ਦੀਨ ਬੰਦ ਗੁਣ
ਗੁਣ ਖਾਨ। ਗੁਣਾਂ ਦੇ ਖਜ਼ਾਨੇ ਹਨ, ਗਰੀਬਾਂ ਦੇ ਸੰਬੰਧੀ ਹਨ ਸਤਿਗੁਰੂ ਜੀ। ਜੋ ਜੋ ਆਵਹਿ ਸਰਨ ਕੋ, ਜਿਹੜਾ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਸੋ ਸੋ ਲਹਿ ਕਲਿਆਣ। ਉਹਦੀ ਉਹਦੀ ਕਲਿਆਣ ਹੋ ਜਾਂਦੀ ਹੈ, ਉਸ ਨੂੰ ਮੁਕਤੀ ਬਖਸ਼ਿਸ਼ ਕਰ ਦਿੰਦੇ ਹਨ ਮੇਰੇ ਸਤਿਗੁਰੂ ਸ਼ਹਿਨਸ਼ਾਹ ਪਿਤਾ। ਜਿਹੜਾ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਸਾਧ ਸੰਗਤ, ਤੋਂ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਡਾਢਾ ਪ੍ਰਤਾਪ ਹੈ ਸਾਧ ਸੰਗਤ। ਹੁਣ ਵੀ ਸਤਿਗੁਰੂ ਜੀ ਦਾ ਉਵੇਂ ਹੀ ਪ੍ਰਤਾਪ ਵਰਤਦਾ ਹੈ। ਗੁਰੂ ਸਾਹਿਬ ਸਾਨੂੰ ਭਾਵਨਾ ਬਖਸ਼ਿਸ਼ ਕਰਨ, ਸਤਿਗੁਰਾਂ ਦੇ ਚਰਨਾਂ ਵਿੱਚ ਭਾਵਨਾ ਰੱਖ ਕਰਕੇ, ਸ਼ਰਧਾ ਰੱਖ ਕਰਕੇ ਅਸੀਂ ਗੁਰੂ ਦਾ ਜਸ ਕਰੀਏ, ਸੁਣੀਏ, ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਸੋ ਗੁਰੂ ਪਾਤਸ਼ਾਹ ਦੀ ਮਿਹਰ ਦਾ ਸਦਕਾ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੀ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਂ ਸੜੀਆਂ, ਯਹੋਵਾ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਸ੍ਰੀ ਸਤਿਗੁਰ ਤਾਰਨ ਤਰਨ, ਦੀਨ ਬੰਦ ਗੁਣ ਖਾਨ। ਜੋ ਜੋ ਆਵਹਿ ਸਰਨ ਕੋ, ਸੋ ਸੋ ਲਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।